ਸੋ ਦਰ ਰਾਗ ਆਸਾ ਮਹਲਾ ਪਹਿਲਾ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਕੀਤੇ ਤੇਰੇ ਵਾਵਣ ਹਾਰੇ। ਕੀਤੇ ਤੇਰੇ ਰਾਗ ਪਰੀ ਸਿਉ ਕਹੀਐ, ਕੀਤੇ ਤੇਰੇ ਗਾਵਣ ਹਾਰੇ। ਗਾਵਨ ਤੁਧਨੋ ਪਵਨ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ, ਦੇਵਤਿਆਂ ਦਰ ਨਾਲੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਗਾਵਨ ਤੁਧਨੋ ਪੰਡਤ ਪੜ੍ਹਨ ਰਖੀਸ਼ਵਰ, ਜੁਗ ਜੁਗ ਵੇਦਾਂ ਨਾਲੇ। ਗਾਵਨ ਤੁਧਨੋ ਮੋਹਣੀਆਂ ਮਨ ਮੋਹਨ, ਸੁਰਗ ਮਛ ਪਿਆਲੇ। ਗਾਵਨ ਤੁਧਨੋ ਰਤਨ ਉਪਾਏ ਤੇਰੇ, 68 ਤੀਰਥ ਨਾਲੇ। ਗਾਵਨ ਤੁਧਨੋ ਜੋਧ ਮਹਾਬਲ ਸੂਰਾ, ਗਾਵਨ ਤੁਧਨੋ ਖਾਣੀ ਚਾਰੇ। ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰਖੇ ਤੇਰੇ ਧਾਰੇ। ਸੇ ਤੁਧਨੋ ਗਾਵਨ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੀਤੇ ਤੁਧਨੋ ਗਾਵਨ, ਸੇ ਮੈਂ ਚਿਤ ਨ ਆਵਨ। ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ। ਸਾਹਿਬ ਸਾਚਾ ਸਾਚੀ ਨਾਈ, ਹੈ ਪੀ ਹੋਸੀ ਜਾਏ ਨਾ ਜਾਸੀ। ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਂਤੀ। ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹਾਂ ਪਤ ਸਾਹਿਬ, ਨਾਨਕ ਰਹਿਣ ਰਜ਼ਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਸੋਦਰ ਦਾ ਸ਼ਬਦ ਸਰਵਣ ਕੀਤਾ ਹੈ। ਜਿਨ੍ਹਾਂ ਨੇ ਲੜੀਵਾਰ ਪਿੱਛੋਂ ਬਾਣੀ ਦੀ ਵਿਚਾਰ ਸਰਵਣ ਕੀਤੀ ਹੈ, ਜਿਵੇਂ ਆਪਾਂ ਜਪ ਬਾਣੀ ਦੀ ਵਿਚਾਰ ਜਿਹੜੀ ਹੈ ਉਹ ਸਾਂਝੀ ਕੀਤੀ ਹੈ, 1 ਅੰਕ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ 8 ਨੰਬਰ ਅੰਕ ਤੱਕ ਜਪ ਬਾਣੀ ਦਾ ਪਾਠ ਅਤੇ ਵਿਚਾਰ ਆਪਾਂ ਸਾਂਝੇ ਕੀਤੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ 8 ਨੰਬਰ ਅੰਕ ਤੋਂ ਹੀ ਅੱਗੇ ਸੋਦਰ ਦੀ ਬਾਣੀ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ। ਤੋ ਜਿਸ ਸ਼ਬਦ ਦਾ ਅੱਜ ਆਪਾਂ ਪਾਠ ਹੁਣੇ ਕੀਤਾ, ਜਿਸ ਦੀ ਆਪਾਂ ਵਿਚਾਰ ਸਾਂਝੀ ਕਰਨੀ ਹੈ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 3 ਵਾਰ ਆਇਆ ਹੈ। ਇੱਕ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ 6 ਨੰਬਰ ਅੰਕ 'ਤੇ 27 ਨੰਬਰ ਪੌੜੀ ਤੋਂ, ਉਸ ਤੋਂ ਬਾਅਦ ਇਹ 8 ਨੰਬਰ ਅੰਕ 'ਤੇ ਜਦੋਂ ਆਪਾਂ ਸੋਦਰ ਦਾ ਪਾਠ ਆਰੰਭ ਕੀਤਾ ਹੈ। ਇਸ ਤੋਂ ਬਾਅਦ 348 ਨੰਬਰ ਅੰਕ 'ਤੇ ਜਦੋਂ ਆਸਾ ਰਾਗ ਦੇ ਵਿੱਚ ਗੁਰਦੇਵ ਪਿਤਾ ਮਹਾਰਾਜ ਇਹ ਸ਼ਬਦ ਦੁਬਾਰਾ ਫਿਰ ਲਿਖਦੇ ਹਨ। ਤੋ ਇਹ 3 ਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਬਦ ਆਇਆ। ਕੁਝ ਮਾਤਰਾਵਾਂ ਦਾ ਫਰਕ ਹੈ, ਕੁਝ ਸ਼ਬਦਾਂ ਦਾ ਫਰਕ ਹੈ, ਪਰ ਤਿੰਨਾਂ ਸ਼ਬਦਾਂ ਦਾ ਅੰਤਰੀ ਭਾਵ ਇੱਕੋ ਹੀ ਹੈ। ਤੋ ਜਿਹੜੇ ਸਰੋਤੇ ਤੁਹਾਡੇ 'ਚੋਂ ਬਾਣੀ ਸਮਝ ਕੇ ਪਾਠ ਕਰਨ ਵਾਲੇ ਨੇ, ਜਿਹੜੇ ਸਿੱਖ ਇਤਿਹਾਸ ਬਾਰੇ, ਗੁਰਬਾਣੀ ਬਾਰੇ, ਗੁਰੂ ਗ੍ਰੰਥ ਸਾਹਿਬ ਬਾਰੇ ਕੋਈ ਅਰਥ ਬੋਧ ਮਾੜਾ ਮੋਟ ਰੱਖਦੇ ਨੇ, ਉਹਨਾਂ ਦੇ ਗਿਆਤ ਵਾਸਤੇ ਹੈ, ਤਾਂ ਕਿ ਸਾਨੂੰ ਗੱਲ ਸਮਝਣੀ ਸੌਖੀ ਲੱਗ ਸਕੇ। ਅਸੀਂ ਗੁਰੂ ਸਾਹਿਬ ਦੀ ਬਾਣੀ ਨੂੰ
ਬੜੇ ਪਿਆਰ ਨਾਲ ਵਿਚਾਰ ਸਕੀਏ ਤੇ ਨਾਲ ਸਾਨੂੰ ਅਰਥ ਬੋਧ ਵੀ ਪਤਾ ਹੋਵੇ ਆਪਣੇ ਗੁਰੂ ਪਾਤਸ਼ਾਹ ਦੀ ਬਾਣੀ ਬਾਰੇ। ਤੋ ਜਿਹੜੀ ਕਰਤਾਰਪੁਰੀ ਬੀੜ ਹੈ ਸਾਧ ਸੰਗਤ, ਉਹਦੇ ਵਿੱਚ ਇਹ ਜਿਹੜੇ ਸੋਦਰ ਵਾਲੇ 5 ਸ਼ਬਦ ਹਨ ਉਹ ਲਿਖੇ ਹੋਏ ਹਨ, ਪਰ ਜਿਹੜੇ ਅੱਗੇ ਜਾ ਕੇ ਸੋਪੁਰਖ ਵਾਲੇ 4 ਸ਼ਬਦ ਹਨ ਉਹ ਕਰਤਾਰਪੁਰੀ ਬੀੜ ਵਿੱਚ ਨਹੀਂ ਹਨ। ਉਹ ਦਮਦਮਾ ਸਾਹਿਬ ਵਾਲੀ ਬੀੜ ਦੇ ਵਿੱਚ 4 ਸ਼ਬਦ ਬਾਅਦ ਵਿੱਚ ਪਾਏ ਗਏ ਹਨ। ਤੋ ਇਹ ਸੋਦਰ ਦੇ 5 ਸ਼ਬਦ ਨੇ ਤੇ ਸੋਪੁਰਖ ਦੇ ਅੱਗੇ 4 ਸ਼ਬਦ ਨੇ। ਇਹ 9 ਸ਼ਬਦ ਨੇ। ਜਦੋਂ ਜਪ ਬਾਣੀ ਦਾ ਪਾਠ ਸਮਾਪਤ ਹੁੰਦਾ ਹੈ ਤੋ ਅੱਗੇ ਇਹ 9 ਸ਼ਬਦਾਂ ਦਾ ਪਾਠ ਆਉਂਦਾ ਹੈ। ਇਸ ਤੋਂ ਬਾਅਦ ਅੱਗੇ 16 ਸਾਹਿਬ ਦੀ ਬਾਣੀ ਜਿਹੜੀ ਹੈ ਉਹ ਆਰੰਭ ਹੋ ਜਾਂਦੀ ਹੈ। ਤੋ ਖੈਰ ਇਹ ਸੰਖੇਪ ਜੀ ਜਾਣਕਾਰੀ ਤਾਂ ਦਿੱਤੀ ਹੈ ਕਿ ਜਿਹੜੇ ਸਰੋਤੇ ਤੁਹਾਡੇ 'ਚੋਂ ਬਾਣੀ ਸਮਝ ਕੇ ਪੜ੍ਹਨ ਵਾਲੇ, ਕਿਉਂਕਿ ਜਦੋਂ ਸਰੋਤਿਆਂ ਦਾ ਫੋਨ ਆਉਂਦਾ ਹੈ ਉਹ ਤੋਂ ਅੰਦਾਜ਼ਾ ਲੱਗ ਜਾਂਦਾ ਹੈ ਵੀ ਇੱਕ ਸਰੋਤਾ ਬਾਣੀ ਜਦੋਂ ਵਿਚਾਰ ਕਰਦਾ ਤੇ ਆਨੰਦ ਆਉਂਦਾ ਵੀ ਇਹ ਬਾਣੀ ਸਮਝ ਕੇ ਪੜ੍ਹਨ ਵਾਲੇ। ਕਈ ਬਜ਼ੁਰਗਾਂ ਦੇ ਫੋਨ ਆਉਂਦੇ ਨੇ, ਉਹ ਜਦੋਂ ਆਪਣੇ ਵੱਲੋਂ ਸੁਝਾਅ ਵੀ ਦਿੰਦੇ ਨੇ, ਬਾਣੀ ਉੱਤੇ ਡਿਸਕਸ ਵੀ ਕਰਦੇ ਨੇ, ਵਿਚਾਰ ਵੀ ਕਰਦੇ ਨੇ, ਤਾਂ ਬੜਾ ਆਨੰਦ ਆਉਂਦਾ ਹੈ, ਖੁਸ਼ੀ ਹੁੰਦੀ ਹੈ ਮਨ ਨੂੰ ਵੀ ਸਾਡੇ ਕਈ ਸਰੋਤੇ ਵੀਰ ਇੱਦਾਂ ਦੇ ਵੀ ਹੈਗੇ ਨੇ ਜਿਹੜੇ ਅੱਖਾਂ ਮੀਟ ਕੇ ਬਾਣੀ ਪੜ੍ਹਨ ਵਾਲੇ ਨਹੀਂ, ਬਲਕਿ ਬਾਣੀ ਨੂੰ ਸਮਝਣ ਵਾਲੇ ਹਨ, ਕੁਝ ਸਿੱਖਣਾ ਚਾਹੁੰਦੇ ਨੇ। ਤਾਂ ਸੱਚੀ ਗੱਲ ਹੈ, ਕੁਐਸਚਨ ਹੀ ਉਹ ਕਰਦਾ ਜਿਹੜਾ ਇੰਟੈਲੀਜੈਂਟ ਸਟੂਡੈਂਟ ਹੁੰਦਾ ਹੈ, ਜਿਹੜਾ ਸਿੱਖਣਾ ਚਾਹੁੰਦਾ ਹੈ ਕੁਝ, ਉਹ ਟੀਚਰ ਉੱਤੇ ਸਵਾਲ ਕਰਦਾ ਹੈ, ਉਹ ਕੁਝ ਪੁੱਛਣਾ ਚਾਹੁੰਦਾ ਹੈ। ਤਾਂ ਆਪਾਂ ਸੁਚੇਤ ਹੋ ਕੇ ਸਿੱਖਣ ਦੀ ਕੋਸ਼ਿਸ਼ ਕਰਨੀ। ਇੱਥੇ ਅਰਥ ਇਹ ਨਹੀਂ ਵੀ ਅਸੀਂ ਟੀਚਰ ਹਾਂ, ਅਸੀਂ ਸਾਰੇ ਸਟੂਡੈਂਟ ਹਾਂ, ਸਾਡੇ ਟੀਚਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਹਨ। ਅਸੀਂ ਸਾਰਿਆਂ ਨਾਲ ਮਿਲ ਕੇ ਆਪਣੇ ਗੁਰੂ ਕੋਲੋਂ ਸਿੱਖਣ ਦਾ ਯਤਨ ਕਰਨਾ ਹੈ, ਕਲਾਸ ਦੇ ਰੂਪ ਵਿੱਚ ਬੈਠ ਕੇ, ਕਿ ਸਾਨੂੰ ਕੋਈ ਅਰਥ ਬੋਧ ਦਾ ਪਤਾ ਲੱਗ ਸਕੇ, ਅਸੀਂ ਆਪਣੇ ਮਨ ਨੂੰ ਸੁਚੇਤ ਕਰ ਸਕੀਏ। ਤਾਂ ਖੈਰ ਇਹ ਆਪਾਂ ਸੋਦਰ ਦੀ ਬਾਣੀ ਅੱਜ ਆਪਾਂ ਆਰੰਭ ਕੀਤੀ ਹੈ, ਜਿਸ ਦਾ ਆਪਾਂ ਪਾਠ ਬੜੇ ਪਿਆਰ ਨਾਲ ਸਰਵਣ ਕੀਤਾ ਹੈ, ਕਿਉਂਕਿ ਇਹ ਉਹ ਬਾਣੀ ਹੈ ਜਿਹੜੀ ਸਾਡੇ ਘਰਾਂ ਵਿੱਚ ਰੋਜ਼ਾਨਾ ਅਸੀਂ ਆਪਣੇ ਪਰਿਵਾਰਾਂ ਵਿੱਚ ਬੈਠ ਕੇ ਪੜ੍ਹਦੇ ਹਾਂ। ਸਮਝਣ ਦੀ ਕੋਸ਼ਿਸ਼ ਕਰੀਏ ਵੀ ਗੁਰੂਦੇਵ ਪਿਤਾ ਮਹਾਰਾਜ ਜੀ ਨੇ ਕਿੰਨੇ ਸੋਹਣੇ ਮੋਤੀ ਸਾਡੇ ਵਾਸਤੇ ਪਰੋਏ ਹੋਏ ਹਨ। ਕਿਉਂਕਿ ਸਾਧ ਸੰਗਤ ਵੇਖੋ, ਸਾਡੇ ਦਿਨ ਦੀ ਸ਼ੁਰੂਆਤ ਵੀ ਗੁਰਬਾਣੀ ਤੋਂ ਹੋਵੇ, ਜਦੋਂ ਰਾਤ ਪਵੇ ਅਸੀਂ ਰਾਤ ਦੀ ਜਦੋਂ ਦਿਨ ਦੀ ਸਮਾਪਤੀ ਵੀ ਗੁਰਬਾਣੀ ਦੁਆਰਾ ਕਰੀਏ, ਕਿੰਨਾ ਸੋਹਣਾ ਹੈ ਕਿ ਅਸੀਂ ਉੱਠਦਿਆਂ ਪੈਂਦਾ। ਇਹਦਾ ਅਰਥ ਨਹੀਂ ਵੀ ਅਸੀਂ ਸਵੇਰੇ ਸ਼ਾਮ ਹੀ ਬਾਣੀ ਪੜ੍ਹਨੀ ਹੈ। ਤਾਂ ਇਹ ਸਾਡਾ ਸੰਖੇਪ ਨਿਤਨੇਮ ਹੈ ਜਿਹੜਾ ਅਸੀਂ ਗੁਰੂ ਦੀ ਗੋਦ ਵਿੱਚ ਬੈਠ ਕੇ ਪੜ੍ਹਨਾ, ਵਿਚਾਰਨਾ, ਸਮਝਣਾ ਹੈ। ਵੈਸੇ ਤਾਂ ਹਰ ਇੱਕ ਸਿੱਖ ਦਾ ਨਿਰੰਤਰ ਸਹਿਜ ਪਾਠ ਜਾਰੀ ਹੋਣਾ ਚਾਹੀਦਾ, ਵੀ ਹਰ ਸਿੱਖ ਭਾਵੇਂ 2 ਅੰਕ ਕਰੇ, 1 ਅੰਕ ਕਰੇ, 1 ਸ਼ਬਦ ਹੀ ਪੜ੍ਹੇ, ਪਰ ਰੋਜ਼ ਆਪਣੇ ਜੀਵਨ ਦੇ ਵਿੱਚ ਗੁਰਬਾਣੀ ਦਾ ਸਹਿਜ ਪਾਠ ਉਹਦੇ ਨਿਰੰਤਰ ਜਾਰੀ ਰਹਿਣਾ ਚਾਹੀਦਾ। ਤਾਂ ਇਹਦੇ ਨਾਲ ਸਾਡੇ ਜੀਵਨ ਦੇ ਵਿੱਚ ਹੁਲਾਰਾ ਆਏਗਾ, ਉਤਸ਼ਾਹ ਆਏਗਾ। ਅਸੀਂ ਆਪਣੇ ਗੁਰੂ ਦੇ ਕੋਲੋਂ ਕੁਝ ਨਵੀਂ ਸਿੱਖਿਆ ਬੋਧ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕਰ ਸਕਾਂਗੇ। ਤਾਂ ਖੈਰ ਅੱਜ ਆਪਾਂ ਜਿਹੜਾ ਸੋਦਰ ਦਾ ਪਾਠ ਸਰਵਣ ਕੀਤਾ ਹੈ, ਜਿਸ ਦੀ ਆਪਾਂ ਵਿਚਾਰ ਇਹ ਪਹਿਲਾਂ 27 ਨੰਬਰ ਪੌੜੀ 'ਚ ਕਰ ਵੀ ਚੁੱਕੇ ਹਾਂ, ਪਰ ਫਿਰ ਦੁਹਰਾਇਆ ਜਾਏਗਾ, ਕਿਉਂਕਿ ਜਿੰਨੀ ਵਾਰ ਵੀ ਇਹ ਸ਼ਬਦ ਆਉਣਗੇ ਆਪਾਂ ਨੂੰ ਇਹਦੀ ਵਿਚਾਰ ਕਰਨੀ ਪੈਣੀ ਹੈ। ਤਾਂ ਵੈਸੇ ਇੱਕ ਗੱਲ ਇਹ ਵੀ ਸਾਂਝੀ ਕਰਨੀ ਬਹੁਤ ਜ਼ਰੂਰੀ ਹੈ ਕਿ ਇੱਕੇ ਸ਼ਬਦ ਨੂੰ ਤੁਸੀਂ ਜਿੰਨੀ ਵਾਰ ਮਰਜ਼ੀ ਵਿਚਾਰੀ ਜਾਓ, ਜਿੰਨੀ ਵਾਰ ਮਰਜ਼ੀ ਪੜ੍ਹੀ ਜਾਓ, ਹਰ ਵਾਰ ਤੁਹਾਨੂੰ ਉਹਦੇ ਵਿੱਚੋਂ ਕੋਈ ਨਵੀਂ ਵਿਚਾਰ ਮਿਲੇਗੀ। ਇਹ ਸਾਗਰ ਇੱਦਾਂ ਦਾ, ਇਹ ਕੋਈ ਗੀਤ ਥੋੜ੍ਹਾ ਵੀ ਕਿਸੇ ਕਲਾਕਾਰ ਦਾ ਗਾਇਆ ਵੀ ਇੱਕ ਵਾਰ ਤੁਸੀਂ ਜਦੋਂ ਪੜ੍ਹ ਦਿੱਤਾ, ਗਾ ਦਿੱਤਾ ਅਤੇ ਮੁੜ ਕੇ ਤੁਹਾਡੇ ਕੰਨਾਂ ਨੂੰ ਬੋਰ ਕਰਨਾ ਹੈ। ਇਹ ਤਾਂ ਬਾਣੀ ਇੱਦਾਂ ਦਾ ਕਮਾਲ ਦਾ ਆਨੰਦ ਹੈ ਵੀ ਜਿੰਨੀ ਵਾਰ ਪੜ੍ਹੀ ਜਾਓਗੇ, ਜਿੰਨੀ ਵਾਰ ਇਹਨੂੰ ਵਿਚਾਰੀ ਜਾਓਗੇ, ਤਾਂ ਸੱਚੀ ਗੱਲ ਹੈ ਹੋਰ ਸਵਾਦ ਆਉਂਦਾ ਜਾਏਗਾ, ਇਹਦੇ ਵਿੱਚੋਂ ਰਸ ਆਉਂਦਾ ਜਾਏਗਾ। ਤਾਂ ਹੀ ਤਾਂ ਭਗਤ ਕਬੀਰ ਜੀ ਨੇ ਕਿਹਾ ਸੀ ਵੀ ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਲੋਕੀ ਆਂਦੇ ਗੀਤ ਹੈ, ਇਹ ਤਾਂ ਸੱਚ ਦੀ ਵਿਚਾਰ ਹੈ। ਜਿੰਨੀ ਵਾਰ ਆਪਾਂ ਸੁਣਦੇ ਜਾਵਾਂਗੇ ਐਂ ਲੱਗਣਾ ਸਾਹਿਬ ਮੇਰਾ ਨੀਤ ਨਵਾਂ, ਵੀ ਜਿਵੇਂ ਹੁਣੇ ਫਰੈਸ਼ ਲੈ ਕੇ ਆਏ ਹਾਂ, ਵੀ ਇਹ 'ਚ ਕੋਈ ਪੁਰਾਣਾ ਨਹੀਂ, ਵੀ ਇਹ ਨਹੀਂ ਕਹਿ ਸਕਦੇ 2-4 ਸਕਿੰਟ ਪੁਰਾਣਾ ਹੋ ਗਿਆ। ਤਾਂ ਖੈਰ ਜਿਸ ਆਪਾਂ ਸ਼ਬਦ ਦਾ ਪਾਠ ਸਰਵਣ ਕੀਤਾ ਹੈ, ਇੱਥੋਂ ਸੋਦਰ ਦੀ ਬਾਣੀ ਜਿਹੜੀ ਹੈ ਉਹ ਆਰੰਭ ਹੁੰਦੀ ਹੈ। ਤੋ ਸਾਧ ਸੰਗਤ ਜੀ, ਗੁਰੂਦੇਵ ਪਿਤਾ ਮਹਾਰਾਜ ਜੀ ਦੀ ਆਪਾਂ ਜਿਹੜੀਆਂ ਪਹਿਲੀਆਂ ਬਾਣੀਆਂ ਦੀ ਵਿਚਾਰ ਕਰਦੇ ਆ ਰਹੇ ਹਾਂ, ਸਮਝਣ ਦੀ ਲੋੜ ਹੈ, ਵਿਚਾਰਨ ਦੀ ਲੋੜ ਹੈ ਕਿ ਆਪਾਂ ਅਖੀਰਲੀਆਂ ਤੁਕਾਂ ਤੋਂ ਵਿਚਾਰ ਜਿਹੜੀ ਹੈ ਉਹ ਆਰੰਭ ਕਰਦੇ ਹਾਂ। ਇਸ ਤੋਂ ਬਾਅਦ ਜਿਹੜੇ ਅੱਗੇ ਸੋਦਰ ਦੇ ਅਗਲੇ ਸ਼ਬਦ ਨੇ ਉਹਨਾਂ ਵਿੱਚ ਰਹਾਉ ਦਾ ਬੰਦ ਆਇਆ, ਉੱਥੋਂ ਫਿਰ ਆਪਾਂ ਰਹਾਉ ਦੇ ਬੰਦ ਤੋਂ ਵਿਚਾਰ ਚੱਕਾਂਗੇ। ਅਤੇ ਇਹ ਜਿਹੜੇ ਸ਼ਬਦ ਨੇ ਇਹਨਾਂ ਵਿੱਚ ਰਹਾਉ ਦਾ ਬੰਦ ਨੇ। ਤੋ ਆਪਾਂ ਨੂੰ ਅਖੀਰਲੀਆਂ ਜਿਹੜੀਆਂ ਪੰਕਤੀਆਂ ਨੇ ਉੱਥੋਂ ਵਿਚਾਰ ਜਿਹੜੀ ਹੈ ਆਪਾਂ ਆਰੰਭ ਕਰਦੇ ਹਾਂ। ਅਤੇ ਗੁਰੂਦੇਵ ਪਿਤਾ ਮਹਾਰਾਜ ਫਰਮਾਉਂਦੇ ਨੇ, ਜੋ ਤਿਸ ਭਾਵੈ ਸੋਈ ਕਰਸੀ। ਕਹਿਣ ਲੱਗੇ ਜੋ ਤਿਸ ਭਾਵੈ, ਜੋ ਤਿਸ ਭਾਵੈ, ਕਿਹਨੂੰ ਭਾਵੇ? ਉਸ ਸੱਚ ਨੂੰ, ਅਕਾਲ ਪੁਰਖ ਨੂੰ, ਉਸ ਮਾਲਕ ਨੂੰ ਜੋ ਸਮੁੱਚੀ ਕਾਇਨਾਤ ਦਾ ਨਾਥ ਹੈ, ਜਿਹਦੇ ਬਾਰੇ ਆਪਾਂ ਪਿੱਛੇ ਪੜ੍ਹਿਆ ਵੀ ਆਪ ਨਾਥ ਹੈ ਅਤੇ ਨਾਥੀ ਸਭ ਜਾਂ ਕੀ। ਕਹਿੰਦੇ ਜੋ ਤਿਸ ਭਾਵੈ, ਕਹਿੰਦੇ ਕਿ ਜੋ ਉਸ ਨੂੰ ਭਾਉਂਦਾ ਸੋਈ ਕਰਸੀ, ਹੋਏਗਾ ਉਹ ਜੋ ਉਹਨੂੰ ਭਾਉਂਦਾ ਹੈ। ਤਾਂ ਅੱਜ ਪ੍ਰੋਬਲਮ ਕੀ ਹੈ, ਦੁੱਖ ਕਿੱਥੇ? ਜੋ ਉਹਨੂੰ ਭਾਉਂਦਾ ਹੈ ਉਹ ਜੀਵ ਨੂੰ ਨਹੀਂ ਭਾ ਰਿਹਾ, ਜੋ ਜੀਵ ਨੂੰ ਭਾਉਂਦਾ ਉਹਨੂੰ ਭਾਉਂਦਾ ਨਹੀਂ, ਕਿਉਂਕਿ ਸਾਡੇ ਤੇ ਮਨ ਦੀਆਂ ਆਪਣੀਆਂ ਮਰਜ਼ੀਆਂ ਨੇ। ਜਿੱਦਾਂ ਅਸੀਂ ਸੋਚਦੇ ਹਾਂ ਅਸੀਂ ਦੁਨੀਆ ਨੂੰ ਉੱਦਾਂ ਚਲਾਉਣਾ ਚਾਹੁੰਦੇ ਹਾਂ। ਤਾਂ ਗੁਰੂਦੇਵ ਜੀ ਕਹਿੰਦੇ ਜੋ ਤਿਸ ਭਾਵੈ ਸੋਈ ਕਰਸੀ,
ਫਿਰ ਹੁਕਮ ਨਾ ਕਰਨਾ ਜਾਈ। ਬੰਦਿਆ ਸੁਖੀ ਹੋਣਾ ਚਾਹੁੰਦਾ, ਤੇਰੇ ਕੋਲ ਇੱਕੋ ਹੀ ਤਰੀਕਾ ਹੈ ਵੀ ਜੋ ਉਹਨੂੰ ਭਾਉਂਦਾ ਹੈ ਉਹਦੀ ਰਜਾ ਵਿੱਚ ਤੁਰਨਾ ਸ਼ੁਰੂ ਕਰ। ਤੋ ਮੈਂ ਪਹਿਲਾਂ ਵੀ ਤੁਹਾਡੇ ਨਾਲ ਵਿਚਾਰ ਸਾਂਝੀ ਗੁਰੂ ਪਿਆਰੀ ਸਾਧ ਸੰਗਤ ਜੀ ਕੀਤੀ ਹੈ ਵੀ ਤੁਸੀਂ ਕਿਸੇ ਕੰਟਰੀ 'ਚ ਜਦੋਂ ਰਹਿਣ ਵਾਸਤੇ ਜਾਂਦੇ, ਉਸ ਕੰਟਰੀ ਦਾ ਵਧੀਆ ਸਿਟੀਜ਼ਨ ਬਣਨ ਵਾਸਤੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੇਰੇ ਮੁਤਾਬਕ ਕੰਟਰੀ ਦੇ ਰੂਲ ਨਿਯਮ ਜਿਹੜੇ ਉੱਥੋਂ ਦੇ ਕਾਇਦਾ ਕਾਨੂੰਨ ਆ ਬਦਲ ਦਿਓ। ਸਗੋਂ ਤੁਸੀਂ ਇਹ ਕੋਸ਼ਿਸ਼ ਕਰਦੇ ਹੋ ਕਿ ਮੈਂ ਭਾਵੇਂ ਜਿੱਦਾਂ ਮਰਜ਼ੀ ਜਿਹੜੀ ਮਰਜ਼ੀ ਕੰਟਰੀ 'ਚੋਂ ਆਇਆ, ਮੈਂ ਇਸ ਕੰਟਰੀ ਦੇ ਹਰ ਰੂਲ ਨਿਯਮ ਦੀ ਪਾਲਣਾ ਕਰਾਂਗਾ ਤਾਂ ਕਿ ਮੈਂ ਵਧੀਆ ਸਿਟੀਜ਼ਨ ਬਣ ਸਕਾਂ। ਜਦੋਂ ਸਕੂਲ ਵਿੱਚ ਵਿਦਿਆਰਥੀ ਜਾਂਦਾ ਹੈ, ਉਹ ਵੀ ਆਪਣੀਆਂ ਆਦਤਾਂ ਵਾਲਾ ਸੁਭਾਅ ਛੱਡ ਕੇ ਸਕੂਲ ਵਿੱਚ ਉੱਥੋਂ ਦੇ ਸਿਸਟਮ ਮੁਤਾਬਕ, ਉੱਥੋਂ ਦਾ ਜੋ ਪੜ੍ਹਾਉਣ ਦਾ ਜੋ ਤਰੀਕਾ ਹੈ ਉਹਦੇ ਮੁਤਾਬਕ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਕਰਦਾ। ਤੋ ਇੱਦਾਂ ਅਸੀਂ ਵੀ, ਸਾਡੀ ਤਿਆਰੀ ਤਾਂ ਇਹ ਹੋਣੀ ਚਾਹੀਦੀ ਹੈ ਵੀ ਅਸੀਂ ਆਪਣੇ ਆਪ ਨੂੰ ਬਦਲੀਏ, ਆਪਣੀ ਸੋਚ ਨੂੰ ਚੇਂਜ ਕਰੀਏ ਅਤੇ ਗੁਰੂ ਸਾਹਿਬ ਦੀ ਸਿੱਖਿਆ ਮੁਤਾਬਕ ਅਸੀਂ ਆਪਣੇ ਜੀਵਨ ਨੂੰ ਢਾਲ ਸਕੀਏ। ਪਰ ਜ਼ੋਰ ਸਾਡਾ ਪਤਾ ਕੀ ਲੱਗਾ ਹੁੰਦਾ, ਅਸੀਂ ਆਪ ਨਹੀਂ ਬਦਲਣਾ ਚਾਹੁੰਦੇ। ਅਸੀਂ ਅਰਦਾਸਾਂ ਸਾਡੀਆਂ ਸਾਰੀਆਂ ਇਸ ਗੱਲ 'ਤੇ ਜ਼ੋਰ ਦੇ ਰਹੀਆਂ ਵੀ ਉਹਨੂੰ ਬਦਲੋ। ਜਿਵੇਂ ਮੰਨ ਲਓ ਸਾਨੂੰ ਧੀ ਪਸੰਦ ਨਹੀਂ, ਪੁੱਤ ਦਿਓ, ਅਸੀਂ ਤਾਂ ਉਹਨੂੰ ਬਦਲਣਾ ਚਾਹੁੰਦੇ। ਅਸੀਂ ਆਪਣੀ ਥੋੜ੍ਹਾ ਸੋਚ ਬਦਲਦੇ ਵੀ ਧੀ ਵੀ ਤਾਂ ਪੁੱਤਾਂ ਨਾਲੋਂ ਘੱਟ ਥੋੜ੍ਹਾ ਹੈ। ਤੋ ਜਦੋਂ ਸਾਡੀਆਂ ਅਰਦਾਸਾਂ, ਸਾਡੀਆਂ ਨਿੱਤ ਦੀਆਂ ਮੰਗਾਂ, ਸਾਨੂੰ ਇੰਝ ਲੱਗਦਾ ਵੀ ਇਹ ਸਾਡੇ ਕਹਿਣ 'ਤੇ ਸਭ ਕੁਝ ਹੋ ਜਾਣਾ ਹੈ, ਸਾਡੇ ਕਹਿਣ 'ਤੇ ਜੋ ਅਸੀਂ ਮੰਗਾਂਗੇ ਉਹ ਇੱਦਾਂ ਹੋ ਜਾਣਾ। ਤੋ ਇੱਦਾਂ ਦੀਆਂ ਗੱਲਾਂ ਸਾਡੇ ਦਿਮਾਗ ਵਿੱਚ ਬੜਾ ਲੰਬਾ ਟਾਈਮ ਕਰਕੇ ਵਿਆਖਿਆ ਕਰਕੇ ਪਾ ਦਿੱਤੀਆਂ ਗਈਆਂ। ਤੋ ਖੈਰ ਸਾਧ ਸੰਗਤ ਜੀ, ਗੁਰਦੇਵ ਜੀ ਕਹਿੰਦੇ ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ ਬੰਦਿਆ, ਤੂੰ ਉਹਦੇ ਗਾੜੀ ਹੁਕਮ ਨਾ ਕਰ, ਉਹਦੀ ਰਜਾ ਵਿੱਚ ਤੁਰਨ ਦੀ ਕੋਸ਼ਿਸ਼ ਕਰ। ਬਾਣੀ 'ਚ ਬੜਾ ਪਿਆਰਾ ਬਚਨ ਲਿਖਿਆ, ਤੁਮ ਕਰੋ ਭਲਾ ਹਮ ਭਲੋ ਨਾ ਜਾਣੈ। ਤੁਸੀਂ ਸਾਡਾ ਭਲਾ ਕਰਦੇ ਹੋ, ਅਸੀਂ ਤੁਹਾਡਾ ਭਲਾ, ਅਸੀਂ ਉਸ ਭਲੇ ਦੀ ਕਦਰ ਨਹੀਂ ਕਰਦੇ। ਹੁਣ ਕਈ ਵਾਰੀ ਸਾਡੇ ਘਰ ਧੀ ਜਨਮ ਲੈਂਦੀ, ਸਾਨੂੰ ਧੀ ਦਾ ਜਨਮ ਪਸੰਦ ਨਹੀਂ, ਪੁੱਤ ਚਾਹੀਦਾ। ਕਈਆਂ ਲੋਕਾਂ ਨੇ ਧੀਆਂ ਮਾਰ ਕੇ ਪੁੱਤਾਂ ਦੇ ਜਨਮ ਜਿਹੜੇ ਆ ਉਹ ਕਰਵਾਏ ਆ। ਪੁੱਤ ਹੋਇਆ, ਜਦੋਂ ਪੁੱਤ ਨੇ ਸੂਈ ਦੇ ਨੱਕੇ ਵਿੱਚੋਂ ਕੱਢਿਆ, ਪੁੱਤ ਨੇ ਦੁਖੀ ਕੀਤਾ, ਫਿਰ ਪਛਤਾਉਂਦੇ ਆ। ਉਦੋਂ ਫਿਰ ਕਹਿੰਦੇ ਨੇ ਤੇਰੇ ਨਾਲੋਂ ਧੀ ਚੰਗੀ ਹੁੰਦੀ। ਹੁਣ ਜੇ ਉਹ ਧੀ ਦਾ ਜਨਮ ਹੁੰਦਾ, ਉਸ ਤਰ੍ਹਾਂ ਤੁਸੀਂ ਆਪਣੇ ਪਰਿਵਾਰ ਸੁਖੀ ਰਹਿੰਦੇ, ਪਰ ਧੀਆਂ ਮਾਰ ਕੇ ਪੁੱਤ ਲੱਭੇ। ਅਸੀਂ ਆਪਣੇ ਆਪ ਨੂੰ ਉਹਦੀ ਰਜਾ 'ਚ ਤੋਰਨ ਦੀ ਕੋਸ਼ਿਸ਼ ਨਹੀਂ ਕਰਦੇ, ਸਗੋਂ ਉਹਨੂੰ ਆਪਣੀ ਰਜਾ ਵਿੱਚ ਤੋਰਨ ਦੀ ਕੋਸ਼ਿਸ਼ ਕਰਦੇ। ਤੁਸੀਂ ਵੇਖੋ ਇੱਥੋਂ ਦੇ ਬਾਬੇ ਪੈਦਾ ਹੋਏ, ਆੜੇ ਲੋਕ ਦੇਹਧਾਰੀਆਂ ਕੋਲ ਜਾਂਦੇ ਆ, ਬਾਬਾ ਜੀ ਦੀ ਅਰਦਾਸ ਨਾਲ ਜਿਹੜਾ ਵਾ ਉਹ ਪੁੱਤਰ ਪੈਦਾ ਹੋਇਆ। ਇਹਦਾ ਮਤਲਬ ਰੱਬ ਧੀ ਦੇਣਾ ਚਾਹੁੰਦਾ ਸੀ। ਬਾਬਾ ਜੀ ਨੇ ਅਰਦਾਸ ਨਾਲ ਉਸ ਪਰਮੇਸ਼ਰ ਦਾ ਸਿਸਟਮ ਹੀ ਚੇਂਜ ਕਰਤਾ। ਇਹਦਾ ਮਤਲਬ ਬਾਬੇ ਕੋਲ ਐਡੀ ਵੱਡੀ ਕਲਾ, ਬਾਬਾ ਐਡੀ ਤਾਕਤ ਦਾ ਮਾਲਕ ਹੈ। ਤਾਂ ਗੁਰਬਾਣੀ ਕੀ ਕਹਿ ਰਹੀ ਹੈ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ। ਗੁਰੂ ਨਾਨਕ ਸਾਹਿਬ ਦੀ ਆਪਾਂ ਪਿੱਛੇ ਬਾਣੀ ਦੀ ਵਿਚਾਰ ਕਰ ਆਏ ਹਾਂ। ਜਦੋਂ ਗੁਰਦੇਵ ਪਿਤਾ ਮਹਾਰਾਜ ਕਹਿੰਦੇ ਜੋ ਤੁਧ ਭਾਵੈ, ਜੋ ਤੁਹਾਨੂੰ ਭਾਉਂਦਾ ਹੈ ਉਹ ਕੰਮ ਮੈਨੂੰ ਵੀ ਚੰਗਾ ਲੱਗ ਜਾਏ। ਜੋ ਤੁਧ ਭਾਵੈ ਸਾਈ ਭਲੀ ਕਾਰ, ਕਾਰ ਦਾ ਮੀਨਿੰਗ ਕੰਮ, ਉਹ ਕਾਰ ਵੀ ਜੋ ਤੁਹਾਨੂੰ ਪਾਉਂਦਾ ਮੈਨੂੰ ਵੀ ਚੰਗਾ ਲੱਗ ਜਾਏ ਅਤੇ ਆਪਣੀ ਦੂਰੀ ਮਿਟ ਸਕੇ। ਤੋ ਅੱਜ ਸਾਡਾ ਜ਼ੋਰ ਇਸ ਗੱਲ 'ਤੇ ਲੱਗ ਰਿਹਾ ਹੈ ਅਤੇ ਲਾਇਆ ਜਾ ਰਿਹਾ ਕਿ ਅਸੀਂ ਉਹਨੂੰ ਚੇਂਜ ਕਰਨਾ ਚਾਹੁੰਦੇ ਹਾਂ, ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਅਸੀਂ ਨਹੀਂ ਕਰ ਰਹੇ। ਤੋ ਖੈਰ ਗੁਰਦੇਵ ਜੀ ਕਹਿੰਦੇ ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਤੂੰ ਉਹਦੇ ਗਾੜੀ ਹੁਕਮ ਨਾ ਕਰ, ਉਹਦੀ ਰਜਾ ਵਿੱਚ ਤੁਰਨਾ ਸ਼ੁਰੂ ਕਰ। ਵੈਸੇ ਭਾਵੇਂ ਸਾਡੀਆਂ ਅੱਜ ਗੁਰਦੁਆਰਿਆਂ ਵਿੱਚ ਕੀਤੀਆਂ ਅਰਦਾਸਾਂ ਹੀ ਜਾ ਰਹੀਆਂ ਨੇ, ਪਰ ਅਰਦਾਸਾਂ ਨਹੀਂ ਵਾਸਤਵ ਵਿੱਚ ਉਹ ਹੁਕਮ ਹੈ। ਅਸਲ ਦੇ ਵਿੱਚ ਸਾਡੀਆਂ ਸ਼ਰਤਾਂ ਨੇ। ਜੇ ਆਪਾਂ ਸਿੱਧੀ ਭਾਸ਼ਾ 'ਚ ਕਰੀਏ ਤਾਂ ਅੱਜ ਗੁਰਦੁਆਰਿਆਂ 'ਚ ਸ਼ਰਤਾਂ ਨੇ ਵੀ ਤੁਸੀਂ ਆਹ ਕੰਮ ਕਰੋਗੇ ਤਾਂ ਮੈਂ ਇਹ ਕਰ ਦੇਵਾਂਗਾ, ਮੈਨੂੰ ਕੋਠੀ ਮਿਲ ਜਾਏਗੀ ਅਤੇ ਮੈਂ ਆਹ ਚੜ੍ਹਾ ਦੇਵਾਂਗਾ, ਮੇਰਾ ਪੁੱਤ ਵਿਦੇਸ਼ ਚਲਾ ਜਾਏਗਾ ਅਤੇ ਮੈਂ ਉੱਥੇ ਪਾਠ ਕਰਾ ਦੇਵਾਂਗਾ, ਮੇਰੇ ਘਰ ਪੁੱਤ ਹੋ ਜਾਏ ਅਤੇ ਮੈਂ ਉੱਥੇ ਇੱਕ ਗੁਰਦੁਆਰੇ ਕਮਰਾ ਪਵਾ ਦੇਵਾਂਗਾ। ਇਹ ਕੀ ਹੈ? ਇਹ ਸ਼ਰਤ, ਇਹ ਸ਼ਰਤਾਂ ਨੇ। ਇਹਨੂੰ ਸੁਖਣਾ ਕਹਿੰਦੇ ਨੇ, ਜੋ ਸਿੱਖੀ ਦੇ ਲਫ਼ਜ਼ ਨਹੀਂ। ਇੱਥੇ ਨਾਨਕ ਹੁਕਮ ਨਾ ਚੱਲੇ, ਨਾਲ ਖਸਮ ਚੱਲੇ ਅਰਦਾਸ। ਹੁਣ ਅਰਦਾਸ ਕੀ ਹੈ? ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸਤ ਬਹਾਲੇ ਪਾਸ। ਅਰਦਾਸ ਦੀ ਡੈਫੀਨੇਸ਼ਨ ਸਤ ਤੇ ਸੰਤੋਖ। ਹੁਣ ਜਦੋਂ ਕੋਈ ਸਤ ਤੇ ਸੰਤੋਖ ਹੋਏਗਾ, ਉਹ ਗਲਤ ਚੀਜ਼ ਮੰਗੇਗਾ? ਸੋਚੋ ਭਲਾ, ਸਤ ਸੰਤੋਖ ਹੋਣਾ ਹੀ ਅਰਦਾਸ ਹੈ। ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸਤ ਬਹਾਲੇ ਪਾਸ। ਤੋ ਗੱਲ ਫਿਰ ਸਮਝਣ ਦੀ ਲੋੜ ਵੀ ਅਰਦਾਸ ਲਫ਼ਜ਼ਾਂ ਦੀ ਮੁਹਤਾਜ ਨਹੀਂ ਹੈ। ਜਿਹੜੀ ਅਸੀਂ ਅਰਦਾਸ ਰੋਜ਼ਾਨਾ ਕਰਦੇ ਵੀ ਹਾਂ ਨਾ, ਅਸੀਂ ਆਪਣੇ ਇਤਿਹਾਸ ਨੂੰ ਦੁਹਰਾਉਂਦੇ ਹਾਂ। ਅਰਦਾਸ ਜਿਹੜੀ ਅਸੀਂ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ, ਜੱਪੀਆਂ, ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਈ, ਦੇਖ ਕੇ ਅੰਡੇਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਤਾਂ ਜਦੋਂ ਅਸੀਂ ਇਹ ਪੜ੍ਹਦੇ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇਤ ਸੀ ਦਿੱਤੇ, ਅਸਲ ਵਿੱਚ ਇਹ ਅਸੀਂ ਇਤਿਹਾਸ ਦੁਹਰਾ ਕੇ ਆਪਣੇ ਅੰਦਰੋਂ ਦ੍ਰਿੜਤਾ ਮੰਗਦੇ ਹਾਂ ਵੀ ਇਹਨਾਂ ਵਰਗੀ ਸਾਡੇ ਅੰਦਰ ਦ੍ਰਿੜਤਾ ਆ ਜਾਏ।
ਇਹਨਾਂ ਵਰਗਾ ਭਰੋਸਾ ਆ ਜਾਏ, ਇਹਨਾਂ ਵਰਗਾ ਸਾਡੇ ਅੰਦਰ ਵਿਸ਼ਵਾਸ ਆ ਜਾਏ, ਅਟੁੱਟ ਵਿਸ਼ਵਾਸ ਆ ਜਾਏ। ਇਹ 10-15 ਮਿੰਟਾਂ ਦੇ ਵਿੱਚ ਅਸੀਂ ਆਪਣੇ ਇਤਿਹਾਸ ਨੂੰ ਦੁਹਰਾਉਂਦੇ ਹਾਂ, ਰੋਜ਼ਾਨਾ ਦੁਹਰਾਉਂਦੇ ਹਾਂ। ਤੋ ਅਰਦਾਸ ਲਫ਼ਜ਼ਾਂ ਦੀ ਮੁਹਤਾਜੀ ਨੇ। ਅਰਦਾਸ ਦਾ ਅਰਥ ਹੈ ਸਤ ਸੰਤੋਖ ਜ਼ਿੰਦਗੀ 'ਚ ਹੋਣਾ ਹੀ ਅਰਦਾਸ ਹੈ। ਤੋ ਆਪਣੀ ਤਿਆਰੀ ਇਹ ਹੋਣੀ ਚਾਹੀਦੀ ਕਿ ਅਸੀਂ ਉਹਦੀ ਰਜ਼ਾ ਵਿੱਚ, ਉਹਦੇ ਹੁਕਮ ਵਿੱਚ ਆਪਣੇ ਆਪ ਨੂੰ ਤੋਰ ਸਕੀਏ। ਤੋ ਖੈਰ ਸਾਧ ਸੰਗਤ, ਗੁਰਦੇਵ ਪਿਤਾ ਮਹਾਰਾਜ ਇੱਥੇ ਕਹਿੰਦੇ ਨੇ, ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਏ। ਸੋ ਪਾਤਸ਼ਾਹ, ਉਹ ਪਾਤਸ਼ਾਹ ਸ਼ਾਹਾਂ ਪਤ ਸਾਹਿਬ, ਜਿਹੜਾ ਸ਼ਾਹਾਂ ਦਾ ਵੀ ਪਾਤਸ਼ਾਹ ਹੈ। ਆਪ ਤੇ ਪਾਤਸ਼ਾਹ, ਸ਼ਾਹਾਂ ਦਾ ਪਾਤ ਸਾਹਿਬ, ਸ਼ਾਹਾਂ ਪਤ ਸਾਹਿਬ, ਨਾਨਕ ਰਹਿਣ ਰਜ਼ਾਈ। ਹੇ ਨਾਨਕ, ਉਹਦੀ ਰਜ਼ਾ 'ਚ ਰਹਿਣਾ ਫੱਬਦਾ ਵਾ, ਉਹਦੇ ਅੱਗੇ ਹੁਕਮ ਕਰਿਆ ਨਹੀਂ ਫੱਬਦਾ। ਜੇ ਤੂੰ ਫੱਬਣਾ ਚਾਹੁੰਦਾ ਨਾ, ਸੋਹਣਾ ਲੱਗਣਾ ਚਾਹੁੰਦਾ, ਉਹਦੀ ਰਜ਼ਾ 'ਚ ਤੁਰ। ਇਹ ਨਾ ਕਹਿ ਵੀ ਉਹਨੂੰ ਆਪਣੀ ਰਜ਼ਾ 'ਚ ਤੁਰ ਸਕੇ। ਨਾਲੇ ਤੇਰੇ ਆਖੇ ਉਹਨੂੰ ਤੁਰਨਾ ਵੀ ਨਹੀਂ, ਉਹ ਤੇ ਕਾਇਨਾਤ ਦਾ, ਉਹ ਤੇ ਪੁੱਛ ਨਾ ਸਾਜੇ ਵਾਲੀ ਗੱਲ ਹੈ। ਉਹ ਤੇਰੀ ਮਰਜ਼ੀ ਮੁਤਾਬਕ ਥੋੜ੍ਹਾ, ਉਹ ਕਰਤਾ ਪੁਰਖ। ਬਸ ਆਹ ਗੱਲਾਂ ਸਮਝਣ ਦੀ ਜ਼ਰੂਰਤ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਸ਼ਬਦ ਵਿੱਚ, ਇਸ ਪੌੜੀ ਵਿੱਚ ਜੋ ਵਿਚਾਰ ਬਖਸ਼ਿਸ਼ ਕੀਤੇ, ਬਾਕਮਾਲ ਆਪਾਂ ਪਹਿਲਾਂ ਵੀ ਸਾਂਝੇ ਕਰ ਚੁੱਕੇ ਹਾਂ। ਪਰ ਜਿੰਨੀ ਵਾਰ ਵਿਚਾਰਦੇ ਜਾਈਏ, ਜਿੰਨੀ ਵਾਰ ਆਪਾਂ ਇਹਦੇ ਵਿੱਚ ਚੁੱਭੀ ਮਾਰਦੇ ਜਾਈਏ, ਇਹਦੇ ਵਿੱਚੋਂ ਸਾਨੂੰ ਨਵੀਂ ਤੋਂ ਨਵੀਂ ਵਿਚਾਰ, ਨਵੇਂ ਤੋਂ ਨਵਾਂ ਮੋਤੀ ਜਿਹੜਾ ਸਾਨੂੰ ਆ ਉਹ ਜਵਾਹਰਾਤ ਮਿਲਣਾ, ਜਿਹੜਾ ਅਸੀਂ ਆਪਣੀ ਜ਼ਿੰਦਗੀ ਦਾ ਹਾਰ ਬਣਾ ਕੇ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਂਦੇ ਜਾਣਾ। ਤੋ ਖੈਰ, ਇੱਥੇ ਮਹਾਰਾਜ ਕਹਿੰਦੇ ਨੇ ਉਹਦੀ ਰਜ਼ਾ ਵਿੱਚ ਤੁਰਨਾ ਸ਼ੁਰੂ ਕਰਦੇ, ਸੌਖਾ ਰਵੇਂਗਾ। ਜੇ ਹੁਣ ਆਪਾਂ ਇਰਦ ਗਿਰਦ ਵੇਖੀਏ, ਰਜ਼ਾ ਦੀ ਆਪਾਂ ਜੇ ਗੱਲ ਕਰੀਏ, ਕਈ ਰਜ਼ਾ ਇੱਥੋਂ ਤੱਕ ਸੀਮਤ ਰੱਖਦੇ ਆ, ਵੇਖੋ ਜੀ ਅਸੀਂ ਖੁਸ਼ੀ ਗਮੀ ਦੇ ਵਿੱਚ ਉਹਦੀ ਰਜ਼ਾ 'ਚ ਰਹਿੰਦੇ ਹਾਂ। ਇਕੱਲੀ ਖੁਸ਼ੀ ਗਮੀ ਦੀ ਗੱਲ ਨਹੀਂ ਹੈ ਇੱਥੇ ਮੈਂ ਅੱਖਾਂ ਨਾਲ ਵੇਖਣਾ ਕਿਵੇਂ ਹੈ, ਇਹ ਵੀ ਉਹਦੀ ਰਜ਼ਾ 'ਚ ਹੋਵੇ। ਮੈਂ ਤੁਰਨਾ ਕਿਵੇਂ ਹੈ, ਇਹ ਵੀ ਉਹਦੀ ਰਜ਼ਾ 'ਚ ਹੋਵੇ। ਮੈਂ ਖਾਣਾ ਕੀ ਹੈ, ਮੈਂ ਪੀਣਾ ਕੀ ਹੈ, ਮੈਂ ਜ਼ਿੰਦਗੀ 'ਚ ਸਮਾਜ ਵਿੱਚ ਰਹਿਣਾ ਕਿੱਦਾਂ, ਸਭ ਕੁਝ ਰਜ਼ਾ 'ਚ ਹੋਏਗਾ ਤਾਂ ਜੀਵਨ ਖੂਬਸੂਰਤ ਹੋਏਗਾ। ਜ਼ਿੰਦਗੀ ਵਿੱਚ ਦੁੱਖ ਤਕਲੀਫਾਂ ਨਹੀਂ ਹੋਣਗੀਆਂ। ਜਦੋਂ ਮੈਂ ਸਮਾਜ ਵਿੱਚ ਬੰਦਾ ਮਾੜਾ ਜਿਹਾ ਕਾਨੂੰਨ ਤੋੜਦਾ, ਆਪਾਂ ਇੱਕਦਮ ਚੇਤਾ ਕਰੋ ਨਾ, ਤੂੰ ਕਾਨੂੰਨ ਤੋੜਦਾ ਬੰਦਾ। ਹੁਣ ਸੇਫਟੀ ਬੈਲਟ ਲਾਉਣਾ, ਭਾਵੇਂ ਥਾਂ ਥਾਂ 'ਤੇ ਹਦਾਇਤਾਂ ਲਾਈਆਂ ਹੁੰਦੀਆਂ ਨੇ ਵੀ ਤੁਸੀਂ ਸੇਫਟੀ ਬੈਲਟ ਲਾ ਕੇ ਭਾਈ ਸਫ਼ਰ ਕਰੋ, ਗੱਡੀ ਡਰਾਈਵ ਕਰਦਿਆਂ ਤੁਸੀਂ ਮੋਬਾਈਲ ਦੀ ਵਰਤੋਂ ਨਾ ਕਰੋ। ਹੈ ਤੇ ਕਾਨੂੰਨ ਮੁਤਾਬਕ, ਹੈ ਤੇ ਬੰਦੇ ਵਾਸਤੇ ਹੀ ਹੈ। ਪਰ ਤੁਸੀਂ ਵੇਖੋ, ਕਈ ਵਾਰੀ ਪੁਲਿਸ ਵਾਲੇ ਸਾਨੂੰ ਦੂਰੋਂ ਵੇਖ ਲੈਣ ਵੀ ਇਹਨੇ ਸੇਫਟੀ ਬੈਲਟ ਨਹੀਂ ਲਾਈ, ਇੱਕਦਮ ਅਸੀਂ ਉਹਦੇ ਵੱਲ ਵੇਖ ਕੇ ਸੇਫਟੀ ਬੈਲਟ ਖਿੱਚਣ ਲੱਗ ਪੈਂਦੇ। ਹੁਣ ਸਾਡੇ ਦਿਮਾਗ 'ਚ ਇਹ ਗੱਲਾਂ ਬੈਠ ਗਈਆਂ ਵੀ ਸ਼ਾਇਦ ਇਹ ਸੇਫਟੀ ਬੈਲਟ ਪੁਲਿਸ ਵਾਲੇ ਵਾਸਤੇ ਹੈ। ਵਾਸਤਵ ਵਿੱਚ ਇਹ ਕੰਪਨੀ ਨੇ ਸਾਡੇ ਲਈ ਲਾਈ ਹੈ ਵੀ ਜੇ ਕੋਈ ਘਟਨਾ ਵਾਪਰ ਗਈ, ਤੇਰੇ ਸਰੀਰ ਦਾ ਕੁਝ ਨਾ ਕੁਝ ਬਚਾਅ ਹੋ ਜਾਏਗਾ। ਹੁਣ ਅਸੀਂ ਆਪਣੇ ਆਪ ਨੂੰ ਕੋਸ਼ਿਸ਼ ਕਰਦੇ ਹਾਂ ਨਾ ਵੀ ਮੈਂ ਇਸ ਕਾਨੂੰਨ ਦੇ ਮੁਤਾਬਕ ਤੁਰ ਸਕਾਂ, ਮੈਂ ਇਸ ਕਾਇਦਾ ਕਾਨੂੰਨ ਦੀ ਪਾਲਣਾ ਕਰ ਸਕਾਂ, ਵਧੀਆ ਸਿਟੀਜ਼ਨ ਬਣ ਸਕਾਂ, ਲੋਕ ਕਹਿਣ ਵੀ ਵਧੀਆ ਬੰਦਾ ਭਾਈ। ਪਰ ਨਹੀਂ, ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਨੇ ਕਿ ਭਾਈ ਆਪਣੀ ਜ਼ਿੰਦਗੀ ਨੂੰ ਬਦਲ, ਆਪਣੀ ਸੋਚ ਨੂੰ ਬਦਲ। ਇਹ ਸੰਸਾਰ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ, ਜਿਵੇਂ ਅਸੀਂ ਸਮਾਜ ਵਿੱਚ ਰਹਿਣ ਲੱਗੇ ਹਾਂ, ਅਸੀਂ ਚਾਹੁੰਦੇ ਹਾਂ ਕਿ ਸਮਾਜ ਦਾ ਚੌਗਿਰਦਾ ਸਾਡਾ ਸਾਫ਼ ਹੋਵੇ, ਵਾਤਾਵਰਨ ਅਸੀਂ ਸਾਫ਼ ਕਰੀਏ। ਇਹ ਜਿਹੜੀ ਰਜ਼ਾ ਹੈ ਨਾ, ਇਹਦਾ ਦਾਇਰਾ ਛੋਟਾ ਨਹੀਂ, ਬੜਾ ਵੱਡਾ ਹੈ। ਹਵਾ ਨੂੰ ਸਾਫ਼ ਕਰਨ ਵਿੱਚ ਆਪਣਾ ਯੋਗਦਾਨ ਪਾਓ, ਪਾਣੀ ਨੂੰ ਸਾਫ਼ ਕਰਨ ਵਿੱਚ ਆਪਣਾ ਯੋਗਦਾਨ ਪਾਓ, ਆਪਣੇ ਚੁਗਰਦੇ ਨੂੰ ਸਾਫ਼ ਕਰਨ ਵਿੱਚ ਆਪਣਾ ਯੋਗਦਾਨ ਪਾਓ। ਅੱਜ ਤੇ ਹੈਰਾਨ ਹੋ ਜਾਈਦਾ ਜਦੋਂ ਵੇਖ ਕੇ, ਆਪਾਂ ਪਿੰਡਾਂ ਸ਼ਹਿਰਾਂ 'ਚ ਵੇਖਦੇ ਹਾਂ, ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝਾੜੂ ਮਾਰਨ ਵਾਲਿਆਂ ਦੀ ਗਿਣਤੀ ਕੋਈ ਨਹੀਂ, ਨਾਲੀਆਂ 'ਚ ਪਾਣੀ ਖਲੋਤਾ ਪਿਆ। ਜੇ ਉਹ ਬੰਦਾ ਕਵੇ ਵੀ ਆਪੋ ਆਪਣਾ ਏਰੀਆ ਸਾਫ਼ ਕਰ ਲਓ, ਹੁਣ ਇਹਦਾ ਅਰਥ ਇਹ ਨਹੀਂ ਮੈਂ ਕਹਿੰਦਾ ਵੀ ਤੁਸੀਂ ਇਹ ਕੰਮ ਨਾ ਕਰੋ, ਤੁਸੀਂ ਕਰੋ ਭਾਈ, ਪਰ ਪ੍ਰਾਪਤੀ ਕੀ ਹੈ, ਸਵਾਲ ਇਹ ਪੈਦਾ ਹੁੰਦਾ ਵੀ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ 'ਤੇ ਚੱਕ ਕੇ ਘੁਮਾਉਣ ਨਾਲ ਇਹ 'ਚੋਂ ਮਿਲੇਗਾ ਕੀ? ਮਕਸਦ ਤੇ ਇਹਨੂੰ ਪੜ੍ਹਨਾ ਅਤੇ ਵਿਚਾਰਨਾ ਸੀ। ਜੇ ਅਸੀਂ ਜਿੰਨਾ ਲੰਬਾ ਟਾਈਮ ਅਸੀਂ ਇਹਨੂੰ ਘੁਮਾਇਆ ਹੈ, ਹੁਣ ਸੱਚ ਹੈ, ਕਈਆਂ ਨੂੰ ਗੱਲ ਚੁਭਣੀ ਹੈ, ਧਿਆਨ ਨਾਲ ਸੁਣਿਓ। ਜਦੋਂ ਕੋਈ ਡਾਕਟਰ ਬਣਦਾ, ਹੁਣ ਜਿੰਨੀਆਂ ਕਿਤਾਬਾਂ ਪੜ੍ਹ ਕੇ ਉਹ ਡਾਕਟਰ ਬਣੇ ਹੈ, ਜਿੰਨੀਆਂ ਕਿਤਾਬਾਂ ਪੜ੍ਹ ਕੇ ਕੋਈ ਬੰਦਾ ਡਾਕਟਰ ਬਣਿਆ, ਉਹ ਸਾਰੀਆਂ ਕਿਤਾਬਾਂ ਇਕੱਠੀਆਂ ਕਰਕੇ ਤੁਸੀਂ ਟਰੱਕ 'ਚ ਲੱਦ ਲਓ, ਤੁਸੀਂ ਕੋਈ ਜੀ ਸਾਰੇ ਸ਼ਹਿਰ 'ਚ ਘੁਮਾਉਣੀਆਂ ਨੇ ਤਾਂ ਕਿ ਸਾਰਾ ਸ਼ਹਿਰ ਡਾਕਟਰ ਬਣ ਜਾਏ। ਇੱਦਾਂ ਹੋਏਗਾ ਭਲਾ? ਉਹ ਜਿਹੜਾ ਪੜ੍ਹ ਕੇ ਡਾਕਟਰ ਬਣਿਆ, ਉਹ ਕਹੇਗਾ ਕਮਲਿਓ ਇੱਦਾਂ ਥੋੜ੍ਹਾ ਬਣਿਆ ਜਾਂਦਾ। ਮੈਂ ਨੀਂਦ ਨਾਲ ਲੜਿਆ, ਮੈਂ ਭੁੱਖ ਨਾਲ ਲੜਿਆ, ਮੈਂ ਪਿਆਸ ਨਾਲ ਲੜਿਆ, ਮੈਂ ਕਈ ਪਰਿਵਾਰਾਂ ਦੇ ਫੰਕਸ਼ਨ ਛੱਡੇ ਨੇ, ਰਿਸ਼ਤੇਦਾਰਾਂ ਦੇ ਕਈ ਥਾਵਾਂ 'ਤੇ ਵਿਆਹ ਸ਼ਾਦੀ ਸੀ, ਮੈਂ ਨਹੀਂ ਗਿਆ, ਮੈਂ ਪੜ੍ਹਿਆ, ਸਟੱਡੀ ਕੀਤੀ ਹੈ, ਇਕੱਲੀ ਇਕੱਲੀ ਕਿਤਾਬ ਨੂੰ ਘੋਖਿਆ ਹੈ, ਫਿਰ ਜਾ ਕੇ ਮੈਂ ਇੱਥੇ ਮੁਕਾਮ 'ਤੇ ਪਹੁੰਚਿਆ। ਕੋਈ ਐਡਵੋਕੇਟ ਬਣਿਆ, ਕੋਈ ਵੱਡਾ ਪੁਲਿਸ ਅਫਸਰ ਬਣਿਆ। ਕਿ ਅੱਜ ਅਸੀਂ ਇੱਦਾਂ ਨਹੀਂ ਕਰ ਰਹੇ? ਥਾਂ ਥਾਂ 'ਤੇ ਘੁਮਾਏ ਜਾ ਰਹੇ ਨੇ, ਸਾਰੀ ਦਿਹਾੜੀ ਅਸੀਂ ਭੱਜ ਨੱਸ ਕਰਕੇ ਪ੍ਰਾਪਤੀ ਕੁਝ ਵੀ ਨਹੀਂ ਹੋ ਰਹੀ। ਜੇ ਕਿਸੇ ਪ੍ਰਬੰਧਕ ਨੂੰ ਕਹੋ ਤਾਂ ਸੱਤੀ ਕੱਪੜੀ ਅੱਗ ਲੱਗ ਜਾਂਦੀ ਹੈ ਵੀ ਇਹ ਕਿਉਂ ਕਰ ਰਹੇ? ਅਸੀਂ ਬਾਣੀ ਬੈਠ ਕੇ ਪੜ੍ਹ ਕੇ ਵਿਚਾਰਨ ਵਾਲਾ ਮਸਲਾ ਸੀ। ਅੱਗੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਗਾੜੀ ਝਾੜੂ ਪੋਚੇ ਲਾ ਰਹੇ ਹਾਂ, ਸਫਾਈਆਂ ਹੋ ਰਹੀਆਂ, ਪਿੱਛੇ ਫੇਰ ਗੰਦ ਪੈਂਦਾ ਜਾ ਰਿਹਾ। ਤੋ ਇਹਦਾ ਮਤਲਬ ਇਹ ਹੈ, ਮੈਂ ਸਿਰਫ ਇੰਨੀ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਗੁਰਦੁਆਰਿਆਂ ਵਿੱਚ ਝਾੜੂ ਪੋਚੇ ਲਾ ਰਹੇ ਹਾਂ ਅਤੇ
ਘਰਾਂ ਵੱਲ ਕਿਉਂ ਨਹੀਂ ਧਿਆਨ ਦੇ ਰਹੇ, ਆਪਣੀ ਚੁਗਰਦੇ 'ਚ ਕਿਉਂ ਨਹੀਂ ਧਿਆਨ ਦੇ ਰਹੇ, ਲਾਗੇ ਲਾਗੇ ਕਿੰਨਾ ਗੰਦ ਪਿਆ ਜੀ। ਹਰ ਬੰਦਾ ਥੋੜ੍ਹੇ ਥੋੜ੍ਹੇ ਕੰਮ ਆਪਣੇ, ਕਿਉਂਕਿ ਸਾਡੇ ਦਿਮਾਗ 'ਚ ਇਹ ਗੱਲਾਂ ਬੈਠ ਗਈਆਂ ਵੀ ਗੁਰਦੁਆਰੇ ਝਾੜੂ ਲਾਉਣ ਦਾ ਫਲ ਜ਼ਿਆਦਾ ਹੈ, ਜੋ ਮੈਂ ਆਪਣੀ ਗਲੀ 'ਚ ਲਾਤਾ ਇਹ ਫਲ ਥੋੜ੍ਹਾ। ਗਲੀ ਝਾੜੂ ਲਾਉਂਦੇ ਤਾਂ ਕਿਸੇ ਨੇ ਕਹਿਣਾ ਲੈ ਤੇ ਨੌਕਰਾਂ ਵਾਲੇ ਕੰਮ ਕਰ ਰਿਹਾ। ਹੁਣ ਤੁਸੀਂ ਕਈ ਬੰਦੇ, ਕਈਆਂ ਦੇ ਘਰ ਨੌਕਰਾਂ ਨਹੀਂ ਕੰਮ ਕਰਨ ਵਾਲੀ ਹੈ ਤੇ ਗੁਰਦੁਆਰੇ ਝਾੜੂ ਪੋਚਾ ਲੱਗ ਰਿਹਾ, ਉਹਦੇ ਦਿਮਾਗ 'ਚ ਇਹ ਗੱਲ ਬੈਠ ਗਈ ਹੈ ਵੀ ਜਦੋਂ ਮੈਂ ਘਰ ਝਾੜੂ ਪੋਚਾ ਲਾਊਂਗਾ ਉਹਨੇ ਕਹਿਣਾ ਅੱਛਾ ਤੁਸੀਂ ਕੰਮ ਵਾਲੀ ਨਹੀਂ ਲਾਈ, ਗੁਰਦੁਆਰੇ ਮੈਂ ਜਾ ਕੇ ਝਾੜੂ ਲਾ ਰਿਹਾ। ਕਈਆਂ ਦੀਆਂ ਕਿਚਨ ਦੇ ਵਿੱਚ, ਰਸੋਈ ਵਿੱਚ ਰਾਤ ਬਰਤਨਾਂ ਦਾ ਢੇਰ ਲੱਗ ਜਾਂਦਾ। ਪੁੱਛੋ ਜੀ ਇਹ ਬਰਤਨਾਂ ਦਾ ਢੇਰ ਕਿਉਂ? ਕੰਮ ਵਾਲੀ ਨਹੀਂ ਆਈ, ਨੌਕਰਾਣੀ ਨਹੀਂ ਆਈ। ਉਹਨਾਂ ਦੇ ਸਵੇਰੇ ਆਏਗੀ, ਉਹ ਆਣ ਕੇ ਭਾਂਡੇ ਮਾਂਜੇਗੀ ਤੇ ਉਹ ਬੀਬੀ ਗੁਰਦੁਆਰੇ ਦੂਜਿਆਂ ਕੋਲੋਂ ਥਾਲੀਆਂ ਫੜ ਫੜ ਕੇ ਮਾਂਜ ਰਹੀ। ਭਾਈ ਸਾਹਿਬ ਗੁਰਦੁਆਰੇ ਜਾ ਕੇ ਥਾਲੀਆਂ ਫੜ ਫੜ ਦੂਜਿਆਂ ਕੋਲ ਮਾਂਜਦੇ ਨੇ। ਤੋ ਗੱਲ ਜਦੋਂ ਰਜਾ ਦੀ ਗੱਲ ਕਰੋਗੇ ਇਹਦਾ ਬੜਾ ਵੱਡਾ ਦਾਇਰਾ ਹੈ ਵੀ ਤੁਸੀਂ ਹਰ ਥਾਂ 'ਤੇ ਰਜਾ 'ਚ ਰਹਿਣਾ ਸਿੱਖ ਲਓ, ਤੁਸੀਂ ਸੌਖੇ ਹੋ ਜਾਣਾ ਹੈ। ਤੁਸੀਂ ਗੜਵਈ ਥੋੜ੍ਹਾ ਲੱਭਦੇ ਫਿਰਨਾ। ਆਪਾਂ ਤਾਂ ਬਾਬਿਆਂ ਨੂੰ ਰੋਨੇ, ਮੈਂ ਕਈ ਵਾਰੀ ਕਹਿਣਾ ਨਾ ਬਾਬਿਆਂ ਨੂੰ ਗੜਵਈ ਚਾਹੀਦਾ। ਕਈ ਤੁਹਾਨੂੰ ਪਰਿਵਾਰਾਂ 'ਚ ਵੀ ਇੱਦਾਂ ਦੇ ਉਹ ਗੜਵਈਆਂ ਨਾਲੋਂ ਘੱਟ ਨੇ ਜਿਹੜੇ ਬੰਦੇ ਆਪ ਪਾਣੀ ਫੜ ਕੇ ਨਹੀਂ ਪੀ ਸਕਦੇ, ਉਹ ਵੀ ਤਾਂ ਗੜਵਈ ਲੱਭ ਰਹੇ ਨੇ। ਜਿਹੜੇ ਬੰਦੇ ਆਪਣੇ ਨਿੱਕੇ ਨਿੱਕੇ ਕੰਮ ਖੁਦ ਨਹੀਂ ਕਰ ਸਕਦੇ, ਵਾਸਤਵ ਵਿੱਚ ਉਹ ਵੀ ਤਾਂ ਗੜਵਈ ਲੱਭ ਰਹੇ ਨੇ। ਜੇ ਨਿੱਕੇ ਨਿੱਕੇ ਕੰਮ ਅਸੀਂ ਆਪਣੇ ਆਪ ਕਰਨੇ ਸ਼ੁਰੂ ਕਰੀਏ ਸਾਡਾ ਕਾਫੀ ਭਾਰ ਹੌਲਾ ਹੋ ਸਕਦਾ ਹੈ। ਤੋ ਖੈਰ ਜਿਹੜੀ ਗੱਲ ਗੁਰੂ ਸਾਹਿਬ ਨੇ ਇੱਥੇ ਕਹੀ ਹੈ, ਨਾਨਕ ਰਹਿਣ ਰਜਾਈ, ਤੋ ਗੁਰਦੇਵ ਪਿਤਾ ਮਹਾਰਾਜ ਬੜੇ ਪਿਆਰ ਨਾਲ ਸਾਨੂੰ ਗੱਲ ਸਮਝਾ ਰਹੇ ਨੇ ਇੱਥੇ ਵੀ ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਕਹਿਣ ਲੱਗੇ ਉਹਦੇ ਗਾੜੀ ਉਹਦੀ ਰਜਾ 'ਚ ਤੁਰਨ ਦੀ ਆਦਤ ਪਾ ਪਾਈ, ਹੁਕਮ ਅਦੂਲੀ ਨਾ ਕਰ ਉੱਥੇ, ਕਿਉਂਕਿ ਉਹ ਪਾਤਸ਼ਾਹ ਦਾ ਪਾਤਸ਼ਾਹ ਹੈ, ਪਾਤਸ਼ਾਹ ਦਾ ਪਾਤਸ਼ਾਹ ਹੈ ਅਤੇ ਉਹਦੀ ਰਜਾ 'ਚ ਤੁਰਨਾ ਹੀ ਫੱਬਦਾ ਹੈ। ਉਹਦੀ ਰਜਾ 'ਚ ਤੁਰੇਗਾ ਜੀਵਨ ਖੂਬਸੂਰਤ ਬਣੇਗਾ। ਤਾਂ ਸਾਹਿਬ ਨੇ ਫਿਰ ਬੜੇ ਪਿਆਰੇ ਬਖਸ਼ਿਸ਼ ਭਰੇ ਬਚਨ ਕਹਿੰਦੇ ਰਜਾ 'ਚ ਤੁਰਨ ਨੂੰ ਤੇ ਕਈ ਤਿਆਰ ਨਹੀਂ, ਪਰ ਉਹਨੂੰ ਗਾਉਣ ਦਾ ਦਾਅਵਾ ਪਏ ਕਰਦੇ ਨੇ। ਕਈਆਂ ਨੇ ਉਹਦਾ ਦਰ ਨਹੀਂ ਵੇਖਿਆ, ਕਈਆਂ ਨੇ ਉਹਦਾ ਘਰ ਨਹੀਂ ਵੇਖਿਆ, ਕਈਆਂ ਨੂੰ ਉਹਦੇ ਬਾਰੇ ਥੋੜ੍ਹਾ ਬਹੁਤਾ ਪਤਾ ਨਹੀਂ, ਕੋਈ ਅਰਥ ਬੋਧ ਦਾ ਪਤਾ ਨਹੀਂ, ਪਰ ਇੱਦਾਂ ਵਿਖਾਵਾ ਕਰਦੇ ਵੀ ਰਜਾ 'ਚ ਰਹਿਣਾ ਔਖਾ ਲੱਗਦਾ ਅਤੇ ਗਾਉਣਾ ਉਹਨਾਂ ਨੂੰ ਸੌਖਾ ਲੱਗਦਾ। ਸਾਹਿਬ ਜੀ ਨੇ ਬੜੇ ਪਿਆਰੇ ਬਚਨ ਕਹੇ ਇਸ ਬਾਣੀ ਦੇ ਵਿੱਚ ਜਿਹੜੇ ਆਰੰਭ ਹੁੰਦਾ, ਕਹਿੰਦੇ ਇੱਕ ਓਅੰਕਾਰ, ਇੱਕ ਪਰਮੇਸ਼ਰ, ਇੱਕ ਓਅੰਕਾਰ ਸਰਬ ਵਿਆਪਕ ਹੈ, ਜਿਹੜਾ ਹਮੇਸ਼ਾ ਸਾਡੇ ਅੰਦਰ ਸਮਾਇਆ ਹੋਇਆ ਹੈ, ਅਸੀਂ ਉਹਦੇ ਹਿੱਸਾ। ਉਹ ਇੱਕ ਹੈ, ਸਰਬ ਵਿਆਪਕ ਹੈ, ਸਰਬ ਵਿਆਪਕ। ਇੱਕ ਓਅੰਕਾਰ ਗੁਰ ਮੇਰੇ ਸੰਗ ਸਦਾ ਹੈ, ਨਾਲੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਹਰ ਵਕਤ ਤੇਰੇ ਨਾਲ ਹੈ, ਹਰ ਵਕਤ ਤੇਰੇ। ਹੁਣ ਨਾਲਦਾਰ ਤੇ ਨਹੀਂ ਵੀ ਮੈਂ ਵੱਖਰਾ ਤੇ ਉਹ ਵੱਖਰਾ ਹੈ, ਯਾਨੀ ਕਿ ਤੇਰੇ ਅੰਦਰ ਸਮਾਇਆ ਹੋਇਆ ਹੈ। ਜਿਵੇਂ ਦੁੱਧ ਵਿੱਚ ਘਿਓ ਹੈ, ਹੁਣ ਦੁੱਧ ਤੇ ਘਿਓ ਵੱਖਰਾ ਵੱਖਰਾ ਥੋੜ੍ਹਾ, ਦੁੱਧ ਵਿੱਚ ਹੀ ਘਿਓ ਹੈ, ਉਹਨੂੰ ਕੱਢਣਾ ਹੈ ਤੁਸੀਂ ਪ੍ਰਗਟ ਕਰਕੇ, ਲੱਕੜ ਵਿੱਚ ਹੀ ਦਰਵਾਜ਼ਾ ਹੈ। ਤਾਂ ਪਾਤਸ਼ਾਹ ਕਹਿੰਦੇ ਨੇ ਉਹ ਹਰ ਵਕਤ ਤੇਰੇ ਕੋਲ ਹੈ, ਉਹਦੇ ਨਾਲ ਸਾਂਝ ਪਾ ਤੇ ਆਨੰਦ ਵਿੱਚ ਰਹਿਣਾ ਸਿੱਖ ਲਾ। ਚੰਗਿਆਈ ਵੀ ਅੰਦਰ ਹੈ, ਬੁਰਿਆਈ ਵੀ ਅੰਦਰ ਹੈ, ਸਾਂਝ ਕਿਹਦੇ ਨਾਲ ਪਾਉਣੀ ਹੈ ਇਹ ਮਰਜ਼ੀ ਤੇਰੀ ਆਪਣੀ ਹੈ। ਇੱਕ ਓਅੰਕਾਰ ਤੋਂ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ। ਉਹ ਇੱਕ ਜਿਹੜਾ ਸਰਵ ਵਿਆਪਕ ਹੈ, ਗੁਰ ਪ੍ਰਸਾਦ, ਉਹ ਗੁਰੂ ਦੇ ਪ੍ਰਸਾਦ ਸਦਕਾ। ਸਤ ਗੁਰ ਪ੍ਰਸਾਦ, ਸਤ ਦਾ ਅਰਥ ਕੀ ਸਦੀਵ ਰਹਿਣ ਵਾਲਾ, ਗੁਰ ਪ੍ਰਸਾਦ ਗੁਰੂ ਦੇ ਪ੍ਰਸਾਦ ਸਦਕਾ ਹੀ ਉਹ ਸਾਨੂੰ ਮਿਲਦਾ ਹੈ, ਯਾਨੀ ਕਿ ਗੁਰ ਪਰਮੇਸ਼ਰ ਇੱਕੋ ਜਾਣ, ਉਹਦੀ ਰਹਿਮਤ ਸਦਕਾ ਸਾਡੀ ਉਹਦੇ ਨਾਲ ਸਾਂਝ ਪੈਂਦੀ ਹੈ। ਪਾਤਸ਼ਾਹ ਅੱਗੇ ਕਹਿੰਦੇ ਨੇ ਉਹ ਸਰਬ ਵਿਆਪਕ ਪਰਮਾਤਮਾ ਜਿਹਦੇ ਨਾਲ ਅਸੀਂ ਸਾਂਝ ਪਾਉਣੀ ਹੈ, ਸੋ ਦਰ ਬਾਣੀ ਦਾ ਨਾਮ ਹੈ। ਗੁਰੂਦੇਵ ਪਿਤਾ ਮਹਾਰਾਜ ਧੰਨ ਗੁਰੂ ਮਹਿਲਾ ਪਹਿਲਾ ਗੁਰੂ ਨਾਨਕ ਸਾਹਿਬ ਜੀ ਦੇ ਦਸਾਂ ਤੋਂ ਉਚਾਰਨ ਕੀਤੀ ਹੋਈ ਬਾਣੀ ਹੈ, ਜਿਹੜੀ ਆਪਾਂ ਬੜੇ ਪਿਆਰ ਨਾਲ ਪੜ੍ਹੀ ਸੁਣੀ ਸਮਝੀ ਹੈ। ਤਾਂ ਜਦੋਂ ਅਸੀਂ ਵਿਚਾਰਨ ਦਾ ਯਤਨ ਵੀ ਕੀਤਾ ਹੈ ਕਿ ਇਹ ਕਮਾਲ ਦਾ ਖਜ਼ਾਨਾ ਸਾਨੂੰ ਗੁਰੂਦੇਵ ਪਿਤਾ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਤਾਂ ਖੈਰ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਰਾਗ ਆਸਾ, ਰਾਗ ਆਸਾ ਮਹਿਲਾ ਪਹਿਲਾ। ਤੋ ਰਾਗ ਆਸਾ ਦੇ ਵਿੱਚ ਇਹ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਜਿਸ ਦੀ ਆਪਾਂ ਵਿਚਾਰ ਸਾਂਝੀ ਕਰ ਰਹੇ ਹਾਂ, ਜਿਸ ਵਿੱਚ ਸਾਨੂੰ ਗੁਰਦੇਵ ਜੀ ਨੇ ਇਹ ਮੋਤੀ ਹੀਰੇ ਜਵਾਹਰਾਤ ਪਰੋ ਕੇ ਦਿੱਤੇ ਨੇ। ਤੋ ਇਸ ਬਾਣੀ ਨੂੰ ਪੜ੍ਹਨਾ, ਸਮਝਣਾ, ਵਿਚਾਰਨਾ, ਜਿੱਦਾਂ ਗੁਰਦੇਵ ਜੀ ਨੇ ਸਾਨੂੰ ਬਖਸ਼ਿਸ਼ ਭਰੇ ਬਚਨ ਕਹੇ ਕਿ ਉਹਦੀ ਰਜਾ ਵਿੱਚ ਤੁਰਨਾ ਸ਼ੁਰੂ ਕਰ, ਆਪਣੇ ਜੀਵਨ ਨੂੰ ਖੂਬਸੂਰਤ ਬਣਾਉਣ ਦਾ ਯਤਨ ਕਰ। ਅਤੇ ਰਜਾ ਵਿੱਚ ਤੁਰਨਾ ਕਈਆਂ ਨੂੰ ਔਖਾ ਲੱਗਾ, ਉਹਨਾਂ ਕਹਾ ਸ਼ਾਇਦ ਇੱਦਾਂ ਮੈਂ ਉਹਨੂੰ ਗਾ ਕੇ ਪ੍ਰਸੰਨ ਕਰਕੇ ਅਤੇ ਮੈਂ ਉਹਨੂੰ ਰਿਝਾ ਲੈਣਾ ਅਤੇ ਮੈਂ ਦੁਨੀਆ ਦੇ ਵਿੱਚ ਸੱਚਾ ਬਣ ਜਾਣਾ। ਪਾਤਸ਼ਾਹ ਕਹਿੰਦੇ ਇੱਦਾਂ ਨਹੀਂ ਭਾਈ, ਦੁਨੀਆ ਅੰਦਰ ਬੇਅੰਤ ਲੋਕ ਨੇ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਉਹਦਾ ਦਰ ਕਿਹੋ ਜਿਹਾ, ਉਹਦਾ ਘਰ ਕਿਹੋ ਜਿਹਾ, ਕਿੱਥੇ ਬੈਠ ਕੇ ਉਹ ਸਾਰਿਆਂ ਦੀ ਸੰਭਾਲ ਪਿਆ ਕਰਦਾ। ਪਾਤਸ਼ਾਹ ਨੇ ਬਖਸ਼ਿਸ਼ ਭਰੇ ਬਚਨ ਕੀਤੇ, ਕਹਿਣਗੇ ਸੋ ਦਰ ਤੇਰਾ ਕਿਹਾ, ਉਹ ਤੁਹਾਡਾ ਦਰ ਕਿਹੋ ਜਿਹਾ, ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ।
ਜਿੱਥੇ ਬੈਠ ਕੇ ਤੁਸੀਂ ਸਮੁੱਚੀ ਕਾਇਨਾਤ ਦੀ ਸੰਭਾਲ ਪੈ ਕਰਦੇ ਹੋ ਦਾਤਾ ਜੀ। ਉਹ ਦਰ ਤੇ ਘਰ ਕਿਹੋ ਜਿਹਾ, ਬਹੁਤਿਆਂ ਨੇ ਤੁਹਾਡਾ ਦਰ ਘਰ ਨਹੀਂ ਵੇਖਿਆ, ਤੁਹਾਡੇ ਅਸਲੀ ਦਰ ਘਰ ਨਾਲ ਸਾਂਝ ਨਹੀਂ ਪਾਈ। ਭਾਵ ਤੁਸੀਂ ਕਿੱਥੇ ਜੇ, ਕਿਉਂਕਿ ਬਹੁਤੇ ਤੇ ਮੂਰਤੀਆਂ 'ਚ ਮੰਨੀ ਬੈਠੇ ਨੇ ਅਜੇ ਤੱਕ। ਬਹੁਤੇ ਤੇ ਲੋਕ ਉਹਨੂੰ ਕੋਈ ਰੁੱਖ 'ਚ ਮੰਨੀ ਜਾਂਦਾ ਹੈ, ਕੋਈ ਗਊ 'ਚ ਮੰਨੀ ਜਾਂਦਾ ਹੈ, ਕੋਈ ਇੱਦਾਂ। ਤਾਂ ਹੀ ਤਾਂ ਪੂਜਾ ਸ਼ੁਰੂ ਹੋ ਗਈ। ਜਿਹੜੇ ਪ੍ਰਕਿਰਤੀ 'ਚ ਇੱਦਾਂ ਮੰਨਦੇ ਹੋ, ਤੇ ਤਾਂ ਹੀ ਤਾਂ ਪੂਜਾ ਸ਼ੁਰੂ ਹੋ ਗਈ। ਤਾਂ ਗੁਰੂ ਸਾਹਿਬ ਜੀ ਗੱਲ ਕਹਿੰਦੇ, ਉਹ ਥਾਪੇ ਨਾ ਜਾਏ, ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਤਾਂ ਸਾਹਿਬ ਜੀ ਨੇ ਬਖਸ਼ਿਸ਼ ਭਰੇ ਥੇ ਬਚਨ ਕਹੇ, ਕਿਉਂਕਿ ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਜਿੱਥੇ ਬੈਠ ਕੇ ਤੁਸੀਂ ਸਾਰਿਆਂ ਦੀ ਸੰਭਾਲ ਪੈ ਕਰਦੇ ਹੋ। ਹੁਣ ਬਹੁਤਿਆਂ ਨੇ ਦਰ ਨਹੀਂ ਵੇਖਿਆ, ਘਰ ਨਹੀਂ ਵੇਖਿਆ, ਉਹਦੇ ਬਾਰੇ ਪਤਾ ਕੱਖ ਨਹੀਂ, ਤੇ ਗਾਉਣ ਦਾ ਦਾਅਵਾ ਕਰਦੇ। ਮਹਾਰਾਜ ਨੇ ਇਸ ਪੂਰੇ ਸ਼ਬਦ ਵਿੱਚ ਉਹਨਾਂ ਦੀ ਫਿਰ ਗਿਣਤੀ ਕੀਤੀ। ਕਹਿੰਦੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਕੀਤੇ ਤੇਰੇ ਵਾਮਣ ਹਾਰੇ। ਬੇਅੰਤ ਨੇ, ਬੇਅੰਤ ਲੋਕ ਨੇ ਜਿਹੜੇ ਸਾਜ਼ਾਂ ਦੁਆਰਾ ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਕੀਤੇ ਵਾਮਣ ਹਾਰੇ। ਕਿੰਨੇ ਸਾਜ਼ ਨੇ ਤੇ ਕਿੰਨੇ ਉਹਨਾਂ ਸਾਜ਼ਾਂ ਨੂੰ ਵਜਾਉਣ ਵਾਲੇ। ਹੁਣ ਉਹਨਾਂ ਦੇ ਮੁਤਾਬਕ ਤੇ ਸਾਜ਼ਾਂ ਨੂੰ ਵਜਾਉਣਾ, ਤਰ੍ਹਾਂ ਤਰ੍ਹਾਂ ਦੀ ਸੰਗੀਤ ਦੀ ਆਵਾਜ਼ ਕੱਢਣੀ। ਪੁੱਛ ਕੇ ਵੇਖੋ ਉਹਨਾਂ ਨੂੰ, ਉਹ ਕਹਿੰਦੇ ਅਸੀਂ ਸਿਰਫ ਸਲਾਹ ਕਰ ਰਹੇ, ਨਾ ਦਰ ਦਾ ਪਤਾ ਨਾ ਘਰ ਦਾ ਪਤਾ। ਘੰਟਿਆਂ ਬੱਧੀ ਮੂਰਤੀਆਂ ਦੇ ਅੱਗੇ ਕਿੱਦਾਂ ਭਜਨ ਗਾਇਆ ਜਾ ਰਿਹਾ, ਪੁੱਛ ਕੇ ਵੇਖੋ ਕੀ ਹੈ ਜੀ। ਕਹਿੰਦੇ ਸਿਰਫ ਸਲਾਹ ਕਰ ਰਹੇ ਜੀ, ਅਸੀਂ ਉਹਦੀ ਮਹਿਮਾ ਕਰ ਰਹੇ ਹਾਂ। ਹੁਣ ਤੁਸੀਂ ਵੇਖੋ ਅਖੀਰ ਤੇ ਕਹਿਤਾ ਨਾਨਕ ਰਹਿਣ ਰਜਾਈ, ਉਹਦੀ ਰਜਾ 'ਚ ਰਹਿਣਾ ਫੱਬਦਾ, ਰਜਾ 'ਚ ਰਹਿਣਾ ਨਹੀਂ ਆ। ਤੇ ਘੰਟਿਆਂ ਬੱਧੀ ਗਾ ਕੇ ਧੀ ਦਾ ਜਨਮ ਹੋਵੇ ਪਸੰਦ ਨਹੀਂ, ਘੰਟਿਆਂ ਬੱਧੀ ਗਾ ਕੇ ਮਾੜਾ ਜਿਹਾ ਨੁਕਸਾਨ ਹੋ ਗਿਆ ਕਹਿਣਾ ਲੈ ਜੀਏ ਤੇ ਪਿੱਟ ਸਿਆਪਾ ਪਾ ਕੇ ਬਹਿ ਜਾਣਾ। ਤੋ ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਅਸੰਖ ਬੇਅੰਤ, ਤੇ ਕੇਤੇ ਤੇਰੇ ਗਾਵਣ ਹਾਰੇ। ਕਿੰਨੇ ਹੀ ਨੇ ਜਿਹੜੇ ਤੁਹਾਨੂੰ ਗਾਉਣ ਵਾਲੇ ਨੇ। ਪਾਤਸ਼ਾਹ ਨੇ ਕਿੰਨੇ ਪਿਆਰੇ ਸ਼ਬਦ ਕਹੇ। ਇੱਕ ਕਿਹੜੇ ਗਾਉਣ, ਜਿਹੜੇ ਆਪਣੇ ਵੱਲੋਂ ਦਾਅਵਾ ਕਰਦੇ ਅਸੀਂ ਗਾ ਰਹੇ ਹਾਂ। ਹੁਣ ਉਹਨਾਂ ਦੇ ਮੁਤਾਬਕ ਇਹ ਗਾਉਣਾ ਰੱਬ ਜੀ ਤੁਹਾਡੀ ਸਿਫਤ ਸਲਾਹ ਹੈ, ਉਹਨਾਂ ਦੇ ਮੁਤਾਬਕ। ਹੁਣ ਜਿਹੜੇ ਗਾ ਰਹੇ ਉਹਨੂੰ ਪੁੱਛ ਕੇ ਵੇਖੋ, ਉਹਦੇ ਸਿਫਤ ਸਲਾਹ ਕਰ ਰਹੇ ਅਸੀਂ। ਸਾਰੀ ਰਾਤ ਉੱਠ ਕੇ ਅਸੀਂ ਤਰ੍ਹਾਂ ਤਰ੍ਹਾਂ ਦੀ ਆਵਾਜ਼ ਕੱਢਦੇ ਹਾਂ, ਭਜਨ ਗਾ ਰਹੇ ਹਾਂ। ਇਹ ਕਿਤੇ ਸੌਖਾ ਕੰਮ ਹੈ। ਤੋ ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਕੀਤੇ ਤੇਰੇ ਵਾਮਣ ਹਾਰੇ। ਕਿੰਨੇ ਨਹੀਂ ਉਹਨਾਂ ਸਾਜ਼ਾਂ ਨੂੰ ਵਜਾਉਣ ਵਾਲੇ ਜਿਹੜੇ ਇਹ ਦਾਅਵਾ ਪੈ ਕਰਦੇ ਨੇ ਕਿ ਮਾਲਕ ਜੀ ਆ ਜੋ ਅਸੀਂ ਸਾਰਾ ਕੁਝ ਕਰ ਰਹੇ ਹਾਂ ਤੇ ਤੈਨੂੰ ਤੇ ਗਾ ਰਹੇ ਹਾਂ। ਤੋ ਪਾਤਸ਼ਾਹ ਅੱਗੇ ਬਖਸ਼ਿਸ਼ ਕਰਦੇ ਨੇ, ਕੀਤੇ ਤੇਰੇ ਰਾਗ ਪਰੀ ਸਿਉ ਕਹੀਏ। ਰਾਗ ਪਰੀ ਰਾਗਣੀਆਂ, ਕੀਤੇ ਗਾਵਣ ਹਾਰੇ। ਕਿੰਨੇ ਗਾਉਣ ਵਾਲੇ, ਕਿੰਨੇ ਹੀ ਰਾਗ ਰਾਗਣੀਆਂ, ਰਾਗਾਂ ਦੀ ਮੁਹਾਰਤ ਰੱਖਣ ਵਾਲੇ। ਹੁਣ ਜਿਹੜੇ ਰਾਗਾਂ ਨੂੰ ਗਾਉਣ ਵਾਲੇ ਬੰਦੇ ਨੇ, ਹੁਣ ਯਾਦ ਰੱਖਣਾ ਰਾਗ ਹੈ ਨਾ, ਇਹ ਬਰਤਨ ਹੈ। ਰਾਗ ਇੱਕ ਬਰਤਨ ਹੈ। ਬਰਤਨ ਨਾਲ ਤ੍ਰਿਪਤੀ ਥੋੜ੍ਹਾ ਹੋਣੀ ਹੈ, ਤ੍ਰਿਪਤੀ ਤਾਂ ਹੋਣੀ ਹੈ ਬਰਤਨ ਵਿੱਚ ਪਏ ਹੋਏ ਭੋਜਨ ਨਾਲ। ਪਾਣੀ ਤਾਂ ਲਿਖਿਆ ਸੀ ਰਾਗਾਂ ਵਿੱਚ ਸੀ ਰਾਗ ਹੈ ਜੇ ਸੱਚ ਤੇਰੇ ਪਿਆਰ। ਸੱਚ ਨਾਲ ਪਿਆਰ ਕਰਨਾ ਹੀ ਰਾਗ ਹੈ, ਉਹੀ ਸਾਡੇ ਵਾਸਤੇ ਸ੍ਰੀ ਰਾਗ ਹੈ। ਜੇ ਸੱਚ ਨਾਲ ਪਿਆਰ ਨਹੀਂ ਪਿਆ ਤੇ ਕਾਹਦਾ ਰਾਗ। ਜੇ ਬਰਤਨ ਹੀ ਖਾਲੀ ਹੈ। ਜਿਹੜੇ ਆ ਰਾਜਿਆਂ ਦੇ ਦਰਬਾਰਾਂ 'ਚ ਵੱਡੇ ਵੱਡੇ ਗਾਉਣ ਵਾਲੇ ਸੀ, ਕਿਤੇ ਉਹ ਰਾਗ ਘੱਟ ਆਉਂਦੇ ਸੀ ਉਹਨਾਂ ਨੂੰ। ਰਾਜਿਆਂ ਦੇ ਵੱਡੇ ਜਦੋਂ ਰਾਜ ਦਰਬਾਰ ਵਿੱਚ ਮਹਿਫਲਾਂ ਲੱਗਦੀਆਂ ਸੀ, ਉੱਥੇ ਰਾਗਾਂ ਦੇ ਵੱਡੇ ਜਿਹੜੇ ਗਾਉਣ ਵਾਲੇ ਆਉਂਦੇ ਸੀ, ਉਹ ਕਿਤੇ ਘੱਟ ਰਾਗ ਆਉਂਦੇ ਸੀ। ਬੜੀ ਰਾਗ ਦੀ ਨੌਲੇਜ ਸੀ ਉਹਨਾਂ ਨੂੰ। ਤੋ ਰਾਗ ਇੱਕ ਬਰਤਨ ਹੈ। ਵੀ ਫਲਾਂ ਤੁਸੀਂ ਵੇਖਿਓਗੇ ਕਈ ਵਾਰੀ ਰਾਗ ਇੰਨਾ ਭਾਰੀ ਕਰ ਦਿੱਤਾ ਜਾਂਦਾ, ਵਿੱਚੋਂ ਸ਼ਬਦ ਗਵਾਚ ਜਾਂਦਾ। ਤੁਸੀਂ ਵੇਖੋ ਕਈ ਵਾਰੀ ਗਾਉਣ ਵਾਲੇ ਰਾਗ ਇੰਨਾ ਭਾਰੀ ਕਰ ਦਿੰਦੇ ਨੇ, ਸਾਜ਼ ਇੰਨੇ ਜ਼ੋਰ ਨਾਲ ਵੱਜਦੇ ਨੇ, ਵਿੱਚੋਂ ਰਸ ਗਵਾਚ ਹੀ ਜਾਂਦਾ, ਸ਼ਬਦ ਤੇ ਵਿੱਚੋਂ ਗਵਾ ਹੀ ਜਾਂਦਾ। ਤਾਂ ਗੁੱਸਾ ਨਾ ਮਨਾਇਓ ਅੱਜ ਸਾਧ ਸੰਗਤ ਜੀ, ਅਜੋਕੇ ਸਮੇਂ 'ਚ ਸ਼ਬਦ ਨੂੰ ਅਸੀਂ ਥੱਲੇ ਕਰ ਦਿੱਤਾ ਤੇ ਜਿਹੜੀਆਂ ਸੁਰਾਂ ਨੇ ਗਾਉਣ ਦਾ ਉਹਨੂੰ ਲਿਆ ਕੇ ਉੱਤੇ ਖੜਾ ਕਰਤਾ, ਵਿੱਚੋਂ ਸ਼ਬਦ ਗਵਾਚ ਜਾਂਦਾ। ਇੰਨੀ ਜ਼ੋਰ ਨਾਲ ਸਾਜ਼ ਵੱਜਦੇ ਨੇ। ਬਾਣੀ ਕਹਿੰਦੀ ਹਰ ਕਾ ਬਲੋਵ ਨਾ ਬਲੋਵ ਮੇਰੇ ਭਾਈ, ਸਹਿਜ ਬਲੋਵ ਜੈਸੇ ਤਤ ਨਾ ਜਾਈ। ਹੁਣ ਦਹੀਂ ਚਾਟੀ 'ਚ ਪਾ ਕੇ ਜ਼ੋਰ ਨਾਲ ਰੜਕੋ ਤਾਂ ਕੁਚੱਜੀ ਲੜਕੀ ਤੇ ਕਈ ਵਾਰੀ ਚਾਟੀ ਤੋੜਨ ਤੱਕ ਜਾਂਦੀ ਹੈ। ਲਾਗੇ ਮਾਂ ਕਹਿੰਦੀ ਹੈ ਪੁੱਤ ਜਾਂ ਚਾਟੀ ਟੁੱਟ ਜਾਣੀ ਆ ਤੇ ਜਾਂ ਚਾਟੀ ਵਿਚਲਾ ਦਹੀਂ ਜਿੱਦਾਂ ਤੂੰ ਰਿੜਕ ਰਹੀ ਹੈ ਇਹ ਭੁੜ ਕੇ ਬਾਹਰ ਜਾ ਡਿੱਗਣਾ। ਤੂੰ ਅੱਜ ਲੱਗਦਾ ਨਹੀਂ ਇੱਦਾਂ ਹੋ ਰਿਹਾ। ਸ਼ਬਦ ਦੇ ਵਿੱਚੋਂ ਕਈ ਵਾਰੀ ਪਤਾ ਵੀ ਨਹੀਂ ਲੱਗਦਾ ਸ਼ਬਦ ਪੜ੍ਹਿਆ ਕਿਹੜਾ ਜਾ ਰਿਹਾ। ਤਾਂ ਖੈਰ ਇਹ ਤਾਂ ਮੈਂ ਸਿਰਫ ਸੰਖੇਪ ਉਦਾਹਰਨ ਦਿੱਤੀ ਹੈ। ਬੇਅੰਤ ਨੇ ਰਾਗ ਰਾਗਣੀਆਂ ਦੁਆਰਾ ਗਾਉਣ ਦਾ ਦਾਅਵਾ ਕਰਨ ਵਾਲੇ ਪੁੱਛ ਕੇ ਵੇਖੋ ਉਹ ਕੀ ਆਂਦੇ ਆ। ਅਸੀਂ ਸਿਰਫ ਸਲਾਹ ਕਰ ਰਹੇ। ਹੁਣ ਦਰ ਨਹੀਂ ਵੇਖਿਆ, ਘਰ ਨਹੀਂ ਵੇਖਿਆ। ਕਈ ਤੁਸੀਂ ਇਹੋ ਜਿਹੇ ਵੇਖੇ ਹੋਣੇ ਨੇ, ਬੰਦਾ ਬਿਠਾ ਕੇ ਉਹਨੂੰ ਸਾਹਮਣੇ ਕੀਰਤਨ ਕਰ ਰਹੇ ਹੋਣਗੇ, ਐਂ ਹੱਥ ਕਰ ਕਰਕੇ। ਤੁਸੀਂ ਵੇਖਿਆ ਨਾ, ਇੱਦਾਂ ਦੇ ਵੀ ਤੁਹਾਨੂੰ ਰਾਗੀ ਮਿਲ ਜਾਣੇ ਜਿਹੜੇ ਬੰਦਿਆਂ ਨੂੰ ਬਿਠਾ ਕੇ ਸਾਹਮਣੇ ਇੱਦਾਂ ਮਹਿਸੂਸ ਕਰਾਉਂਦੇ ਵੀ ਸ਼ਬਦ ਬਾਬਾ ਜੀ ਤੁਹਾਡੇ ਲਈ ਗਾਇਆ ਹੈ। ਤੋ ਗੁਰਦੇਵ ਪਿਤਾ ਮਹਾਰਾਜ ਬਖਸ਼ਿਸ਼ ਭਰੇ ਇੱਥੇ ਬਚਨ ਕਰਨ ਨੇ, ਕੀਤੇ ਤੇਰੇ ਰਾਗ ਪਰੀ ਸਿਉ ਕਹੀਐ, ਕੀਤੇ ਤੇਰੇ ਗਾਵਣ ਹਾਰੇ। ਬੇਅੰਤ ਨੇ ਜਿਹੜੇ ਰਾਗ ਰਾਗਣੀਆਂ ਦੁਆਰਾ ਤੁਹਾਨੂੰ ਗਾਉਣ ਦਾ ਦਾਅਵਾ ਕਰਦੇ ਆ,
ਕਿ ਅਸੀਂ ਤੁਹਾਡੀ ਸਿਫਤ ਸਲਾਹ ਕਰ ਰਹੇ ਹਾਂ। ਗਾਵਨ ਤੁਧਨੋਂ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ। ਹਵਾ ਅੱਗ ਪਾਣੀ ਭਾਵੇਂ ਹੈਗੇ ਤੱਤ ਸੀ, ਉਹਦੀਆਂ ਸ਼ਕਤੀਆਂ ਸੀ ਮਾਲਕ ਦੀਆਂ। ਕਹਿਣ ਲੱਗੇ ਕਈਆਂ ਨੇ ਇਹਨਾਂ ਨੂੰ ਵੀ ਦੇਵਤੇ ਬਣਾ ਕੇ ਪੇਸ਼ ਕੀਤਾ, ਬਸੰਤਰ ਦੇਵਤਾ, ਪਵਨ ਦੇਵਤਾ, ਪਾਣੀ ਦੇਵਤਾ, ਇਹਨਾਂ ਨੂੰ ਦੇਵਤੇ ਬਣਾ ਕੇ ਪੇਸ਼ ਕੀਤਾ। ਕਈਆਂ ਨੇ ਇਹਨਾਂ ਨੂੰ ਕਹਤਾ ਰੱਬ ਜੀ ਇਹ ਵੀ ਤੁਹਾਨੂੰ ਗਾ ਰਿਹਾ, ਇੱਦਾਂ ਬਣਾ ਕੇ ਪੇਸ਼ ਕੀਤਾ ਇਹਨਾਂ ਨੂੰ। ਗਾਵੇ ਰਾਜਾ ਧਰਮ ਦੁਆਰੇ, ਆਪਣੇ ਵੱਲੋਂ ਮਿਥਿਆ ਹੋਇਆ ਧਰਮਰਾਜ, ਵੀ ਜਾਂ ਧਰਮਰਾਜ ਇੱਕ ਵੱਖਰਾ ਬੈਠਾ, ਉਹਦੀ ਤਾਂ ਕਚਹਿਰੀ ਲੱਗਦੀ ਹੈ, ਉਹਨੂੰ ਵੀ ਇੱਦਾਂ ਪੇਸ਼ ਕੀਤਾ ਵੀ ਤੈਨੂੰ ਗਾ ਰਿਹਾ, ਇਹ ਵੀ ਤੇਰੀ ਸਿਫਤ ਸਲਾਹ ਕਰ ਰਿਹਾ। ਤਾਂ ਪਾਤਸ਼ਾਹ ਕਹਿੰਦੇ ਆਪਣੇ ਵੱਲੋਂ, ਹੁਣ ਪ੍ਰਵਾਹਨ ਤੁਹਾਨੂੰ ਹੈਗੀ, ਸਟੂਡੈਂਟ ਪੜ੍ਹਦਾ ਕਈ ਵਾਰੀ ਦਾਅਵਾ ਤਾਂ ਕਰਦਾ ਮੈਂ ਬਹੁਤ ਪੜ੍ਹਦਾ, ਪਰ ਕਈ ਵਾਰੀ ਉਹ ਪਾਸ ਵੀ ਨਹੀਂ ਹੋ ਪਾਉਂਦਾ, ਫੇਲ ਹੋ ਜਾਂਦਾ। ਕਹਿੰਦਾ ਹੈ ਮੈਂ ਬਹੁਤ ਪੜ੍ਹਦਾ ਜੀ, ਆਹ ਕਿਤਾਬ ਤੇ ਮੈਂ ਕਦੀ ਛੱਡਦਾ ਹੀ ਨਹੀਂ ਆਪਣੇ ਹੱਥੋਂ। ਤਾਂ ਗੁਰਦੇਵ ਪਿਤਾ ਮਹਾਰਾਜ ਇੱਥੇ ਕਹਿੰਦੇ ਨੇ ਗਾਵਨ ਤੁਧਨੋਂ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਹੁਣ ਚਿੱਤਰਗੁਪਤ ਇਹ ਵੀ ਮੰਨੇ ਗਏ ਮਿੱਥੇ ਹੋਏ ਨੇ, ਅਸਲ 'ਚ ਮਿੱਥ ਹੁੰਦਾ ਝੂਠ। ਵਿਪਰ ਨੇ ਬੜੇ ਤਰੀਕੇ ਨਾਲ ਚਿੱਤਰਗੁਪਤ ਇੱਦਾਂ ਬਿਠਾਏ ਵੀ ਚਿੱਤਰਗੁਪਤ ਬੰਦੇ ਦੇ ਮੋਢਿਆਂ 'ਤੇ ਬੈਠੇ ਆ, ਮੁਨਸ਼ੀ ਧਰਮਰਾਜ ਦੇ ਦੋਵੇਂ ਮੁਨਸ਼ੀ ਇੱਦਾਂ ਕਹਿ ਲਓ, ਜਿਵੇਂ ਤੁਸੀਂ ਕਹੇ ਥਾਣੇ ਜਾਂਦੇ ਉੱਥੇ ਮੁਨਸ਼ੀ ਲਿਖਦਾ ਸਾਰੀ ਰਪਟ ਵਗੈਰਾ, ਵੀ ਇਹ ਚਿੱਤਰਗੁਪਤ ਦੋਵੇਂ ਧਰਮਰਾਜ ਦੇ ਮੁਨਸ਼ੀ ਆ, ਇਹ ਦੋਵੇਂ ਲਿਖਦੇ ਆ। ਚਿੱਤਰਗੁਪਤ ਲਿਖੀ ਜਾਂਦੇ ਆ, ਅੱਜ ਬੰਦਾ ਸਵੇਰੇ ਉੱਠਿਆ, ਗੁਰਦੁਆਰੇ ਗਿਆ, ਅੱਜ ਮੰਦਰ ਗਿਆ, ਅੱਜ ਮਸਜਿਦ ਗਿਆ, ਵਗੈਰਾ ਵਗੈਰਾ, ਜੋ ਵੀ ਇਹਨਾਂ ਨੇ ਕਹਾਣੀਆਂ ਬਣਾਈਆਂ ਵੀ ਚਿੱਤਰਗੁਪਤ ਇੱਦਾਂ ਬੈਠੇ ਆ। ਇਹ ਸਾਰਾ ਕੁਝ ਬੰਦੇ ਦਾ ਹਿਸਾਬ ਕਿਤਾਬ ਲਿਖੀ ਜਾਂਦੇ, ਫਿਰ ਧਰਮਰਾਜ ਦੇ ਸਾਹਮਣੇ ਜਾ ਕੇ ਜਿਹਦਾ ਪੇਪਰ ਪੇਸ਼ ਕਰਦੇ ਆ, ਉਹਦੇ 'ਤੇ ਫਿਰ ਉਹ ਵਿਚਾਰ ਕਰਦਾ। ਹੁਣ ਇਹ ਵੀ ਆਪਣੇ ਮੁਤਾਬਕ ਜੋ ਇਹ ਕਾਰ ਵਿਹਾਰ ਕਰਦੇ, ਜੋ ਇਹਨਾਂ ਦੀ ਡਿਊਟੀ ਹੈ। ਹੁਣ ਕਹਿਣ ਵਾਲੇ ਕਹਿੰਦੇ ਵੀ ਰੱਬ ਜੀ ਤੁਹਾਨੂੰ ਗਾ ਰਿਹਾ। ਹੁਣ ਬਾਣੀ ਚਿੱਤਰਗੁਪਤ ਨੂੰ ਮੰਨਦੀ ਨਹੀਂ, ਬਾਣੀਆਂ ਦੀ ਭਲਿਆ ਇਹ ਕਿਹੜਾ ਧਰਮਰਾਜ, ਕਿਹੜਾ ਚਿੱਤਰਗੁਪਤ, ਪਰ ਬਣਾ ਕੇ ਪੇਸ਼ ਕਰਤੇ ਗਏ ਵਿਪਰ ਨੇ। ਅਗਲੇ ਨੇ ਇੱਦਾਂ ਕੰਨ ਦੇ ਉੱਤੇ ਜਿੱਦਾਂ ਗਨ ਨਹੀਂ ਰੱਖ ਕੇ ਲੁੱਟੀ ਦਾ, ਇੱਦਾਂ ਗ੍ਰਹਿ ਸ਼ਸਤਰਾਂ ਦਾ ਡਰ ਪਾ ਕੇ ਚਿੱਤਰਗੁਪਤ ਇੱਦਾਂ ਬਣਾ ਕੇ ਪੇਸ਼ ਕਰਕੇ ਸਾਡੇ ਸਮਾਜ ਦੇ ਵਿੱਚ ਇਹ ਚੀਜ਼ਾਂ ਸਥਾਪਿਤ ਕਰਤੀਆਂ ਗਈਆਂ। ਤਾਂ ਖੈਰ ਗੁਰਦੇਵ ਪਿਤਾ ਮਹਾਰਾਜ ਨੇ ਬੜੇ ਪਿਆਰੇ ਤਰੀਕੇ ਨਾਲ ਇਸ ਭੁਲੇਖੇ 'ਚੋਂ ਸਾਨੂੰ ਬਾਹਰ ਕੱਢਿਆ ਵੀ ਇਹ ਚੀਜ਼ਾਂ ਦੇ ਨਾਂ, ਇਹਨਾਂ ਸਾਰਿਆਂ ਦੇ ਨਾਂ ਤਾਂ ਲੈ ਗਏ ਵੀ ਤਾਂ ਕਿ ਦੁਨੀਆ ਨੂੰ ਸਮਝ ਲੱਗ ਸਕੇ ਵੀ ਭਲਿਆ ਇੱਦਾਂ ਨਹੀਂ ਗੱਲ ਬਣਨੀ, ਉਹਦੀ ਰਜਾ 'ਚ ਤੋਰਨਾ ਪੈਣਾ, ਉਹਦੇ ਹੁਕਮ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਪੈਣਾ। ਤਾਂ ਸਾਹਿਬ ਨੇ ਕਿਹਾ ਗਾਵਨ ਤੁਧਨੋਂ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਚਿੱਤਰਗੁਪਤ ਵੱਲੋਂ ਲਿਖਣਾ, ਧਰਮਰਾਜ ਮਿੱਥੇ ਹੋਏ ਧਰਮਰਾਜ ਦੇ ਅੱਗੇ ਇੱਦਾਂ ਪੇਸ਼ ਕਰਨਾ, ਉਹਨਾਂ ਮੁਤਾਬਕ ਇਹ ਵੀ ਉਹਦਾ ਗਾਉਣਾ, ਸਿਫਤ ਸਲਾਹ ਕਰਨੀ। ਤੋਂ ਅੱਗੇ ਪਾਤਸ਼ਾਹ ਕਹਿੰਦੇ ਨੇ ਗਾਵਨ ਤੁਧਨੋਂ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ। ਈਸ਼ਰ ਬ੍ਰਹਮਾ ਦੇਵੀਆਂ ਸੋਹਣ ਤੇਰੇ ਸਦਾ ਸਵਾਰੇ, ਆਪਣੇ ਆਪ 'ਚ ਇਹ ਵੀ ਉਹਦੀ ਸਿਫਤ ਸਲਾਹ ਕਰ ਰਹੇ ਨੇ। ਹੁਣ ਆਪਾਂ ਪਿੱਛੇ ਪੜ੍ਹ ਰਹੇ ਹਾਂ ਵੀ ਸੁਣੇ ਈਸ਼ਰ ਬ੍ਰਹਮਾ ਇੰਦ, ਸੁਣੇ ਮੁਖ ਸਲਾਹਣ ਮਨ। ਕਿਹੜੀ ਸਿਫਤ ਸਲਾਹ? ਹੁਣ ਈਸ਼ਰ ਦਾ, ਬ੍ਰਹਮਾ ਦਾ, ਦੇਵੀਆਂ ਦਾ ਸੋਹਣ ਤੇ ਆਪਣੇ ਆਪ ਕਹਿੰਦੇ ਵੀ ਅਸੀਂ ਸਵਾਰੇ ਹੋਏ ਹਾਂ, ਤੁਹਾਡੇ ਹੀ ਹਾਂ, ਭਾਵੇਂ ਮਿੱਥੇ ਹੋਏ ਘੜੇ ਜਿੱਦਾਂ ਵੀ ਲਾ ਲਓ ਤੁਸੀਂ। ਵਿਪਰ ਨੇ ਬਣਾ ਕੇ ਪੇਸ਼ ਕਰਕੇ ਸਮਾਜ ਦੇ ਸਾਹਮਣੇ ਰੱਖ ਦਿੱਤੇ। ਤੇ ਆਪਾਂ ਭਗਤ ਨਾਮਦੇਵ ਜੀ ਦਾ ਸ਼ਬਦ ਪੜ੍ਹ ਹੀ ਆਏ ਹਾਂ ਵੀ ਹਾਂ ਤੂੰ ਇਹ ਕਰਮਈਆ ਲੈ ਹੂੰ ਆਨ ਦੇ ਬਦਲਾਵਨ ਤੇ ਹੂੰ। ਆਪਾਂ ਪਿੱਛੇ ਪੜ੍ਹ ਆਏ ਹਾਂ ਵੀ ਮੈਂ ਤੇ ਕਰਮਈਆ ਲੈ ਲਿਆ, ਮੈਂ ਸਭ ਛੱਡ ਤੇ ਦੇਵੀ ਦੇਵਤੇ ਸਾਈਡ 'ਤੇ ਕਰ ਦਿੱਤੇ, ਮੈਂ ਨਹੀਂ ਮੰਨਦਾ ਇਹਨਾਂ 'ਚੋਂ ਕਿਸੇ ਨੂੰ। ਤਾਂ ਹੀ ਆਖਿਆ ਸੀ ਨਾ ਵੀ ਸ਼ਿਵ ਸ਼ਿਵ ਕਰਤੇ ਜੋ ਨਰ ਤੇ ਆਵੇ, ਬਲਦ ਚਰੇ ਡੋਰੂ ਡਮਕਾਵੇ। ਜੇ ਬਾਣੀ 'ਚ ਇਹ ਪੱਖ ਪੇਸ਼ ਕਰਤਾ ਤੇ ਨਾਲ ਕਹਿਤਾ ਵੀ ਆਪਣੇ ਆਪ ਇਹ ਈਸ਼ਰ, ਬ੍ਰਹਮਾ, ਦੇਵੀਆਂ ਇਹ ਸਾਰੇ ਆਪਣੇ ਆਪ ਦਾਅਵਾ ਕਰਦੇ ਆ ਵੀ ਅਸੀਂ ਤੇਰੇ ਸਵਾਰੇ ਹੋਏ ਹਾਂ। ਮਹਾਰਾਜ ਅਸੀਂ ਵੀ ਤੇਰੀ ਸਿਫਤ ਸਲਾਹ ਹੀ ਕਰ ਰਹੇ। ਹੁਣ ਨਾ ਦਰ ਦਾ ਪਤਾ ਨਾ ਘਰ ਦਾ ਪਤਾ, ਜੇ ਪਤਾ ਹੁੰਦਾ ਤੇ ਰੱਬ ਦੇ ਨਾਂ 'ਤੇ ਮੂਰਤੀਆਂ ਬਣਦੀਆਂ, ਬਾਣੀਆਂ ਦੀ ਥਾਪਿਆ ਨਾ ਜਾਏ। ਹੁਣ ਇਹਦਾ ਅਰਥ ਇਹ ਨਹੀਂ ਵੀ ਅਸੀਂ ਸਿੱਖਾਂ ਨੂੰ ਵਿੱਚੋਂ ਮੁਕਤ ਕਰ ਸਕਦੇ ਹਾਂ। ਜੇ ਕਿਸੇ ਦੇਵੀ ਦੇਵਤੇ ਦੀ ਮੂਰਤੀ ਬਣਨੀ ਗਲਤ ਹੈ ਤੇ ਗੁਰੂਆਂ ਦੀਆਂ ਭਗਤਾਂ ਦੇ ਬੁੱਤ ਬਣਾਉਣੇ, ਉਹਨਾਂ ਦੀਆਂ ਕਾਲਪਨਿਕ ਫੋਟੋਆਂ ਬਣਾਉਣੀਆਂ ਵੀ ਉਨੀਆਂ ਹੀ ਗਲਤ ਨੇ। ਜੇ ਸਾਰੀ ਜ਼ਿੰਦਗੀ ਮਹਾਤਮਾ ਬੁੱਧ ਮੂਰਤੀ ਪੂਜਾ ਦੇ ਵਿਰੁੱਧ ਜੰਗ ਲੜਦਾ ਰਿਹਾ, ਉਹਦੇ ਅੱਖਾਂ ਮੀਟਣ ਦੀ ਦੇਰ ਸਭ ਤੋਂ ਵੱਧ ਬੁੱਤ ਉਹਦੇ ਬਣਾ ਕੇ ਪੇਸ਼ ਕੀਤੇ ਗਏ, ਉਹਦੇ ਨਾਲ ਇਨਸਾਫ ਥੋੜ੍ਹਾ ਕੀਤਾ। ਤੇ ਗੁਰੂ ਨਾਨਕ ਸਾਹਿਬ ਨਾਲ ਕੀ ਕੀਤਾ ਸੀ, ਭਗਤ ਕਬੀਰ ਜੀ ਨਾਲ ਕੀਤਾ, ਭਗਤ ਰਵਿਦਾਸ ਜੀ ਨਾਲ ਕੀ ਕੀਤਾ ਸੀ। ਜਿਹੜੇ ਭਗਤ ਕਬੀਰ ਜੀ ਇਹ ਕਹਿੰਦੇ ਰਹੇ ਪਾਖਾਨ ਗੜ੍ਹ ਕੇ ਮੂਰਤ ਕੀਨੀ ਦੇ ਕੇ ਛਾਤੀ ਪਾਓ, ਜੇ ਇਹ ਮੂਰਤ ਸੱਚੀ ਹੈ ਤਾਂ ਗੜ੍ਹ ਨਾਰੇ ਖਾਓ। ਜਿਹੜੇ ਭਗਤ ਕਬੀਰ ਜੀ ਬਾਣੀ 'ਚ ਇਹ ਸ਼ਬਦ ਕਹਿੰਦੇ ਗਏ, ਕੌਣ ਜਾਣਦਾ ਸੀ ਭਗਤ ਕਬੀਰ ਜੀ ਤੁਹਾਡਾ ਵੀ ਇੱਦਾਂ ਬੁੱਤ ਬਣਾ ਕੇ ਮੰਦਰ ਵਿੱਚ ਅਗਲਿਆਂ ਧਰ ਦੇਣਾ ਹੈ, ਇੱਦਾਂ ਗੁਰਦੁਆਰੇ 'ਚ ਇੱਕ ਬੰਨੇ ਦਾ ਬੁੱਤ ਪਿਆ ਹੋਣਾ ਹੈ। ਕੌਣ ਜਾਣਦਾ ਸੀ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਤੁਸੀਂ ਬਾਣੀ 'ਚ ਕਿਹਾ ਘਰ ਮੈਂ ਠਾਕੁਰ ਨਜ਼ਰ ਨਾ ਆਵੇ, ਗਲ ਮੈਂ ਪਾਹਣ ਲੈ ਲਟਕਾਵੇ, ਭਰਮੇ ਪੂਲਾ ਸਾਕਤ ਫਿਰਤਾ ਨੀਰ ਬਰੋਲੇ ਖੱਪ ਖੱਪ ਮਰਤਾ। ਕੌਣ ਜਾਣਦਾ ਤੁਹਾਡੇ ਅੱਜ ਗੁਰੂਆਂ ਦੇ ਭਗਤਾਂ ਦੇ ਬੁੱਤ ਨਹੀਂ ਵਿਕ ਰਹੇ। ਆ ਪੇਪਰ ਦਾ ਬਣਿਆ ਬੁੱਤ ਨਹੀਂ ਵਿਕ ਰਿਹਾ, ਘਰਾਂ 'ਚ ਨਹੀਂ ਸਾਡੇ ਤੁਰਿਆ ਫਿਰਦਾ। ਕਿੱਦਾਂ ਅਸੀਂ ਘਰਾਂ 'ਚ ਫੋਟੋਆਂ ਲਾਉਂਦੇ ਹਾਂ, ਸ਼ਬਦ ਦੀ ਦੋ ਤੁਕਾਂ ਨਹੀਂ ਬਾਣੀ ਦੀਆਂ ਯਾਦ ਸਿੱਖਣ ਨੂੰ।
ਜੇ ਲਾਉਣੇ ਹੀ ਨੇ ਤੁਸੀਂ ਗੁਰਬਾਣੀ ਦਾ ਕੋਈ ਸ਼ਬਦ ਲੈ ਲਓ, ਉਹਦੇ ਅਰਥ ਮੀਨਿੰਗ ਲਿਖ ਲਓ, ਆਪਣੇ ਘਰਾਂ 'ਚ ਲਾਓ, ਪੜ੍ਹੋ, ਸਮਝੋ, ਕੁਝ ਸਿੱਖਣ ਦੀ ਕੋਸ਼ਿਸ਼ ਕਰੋ। ਪਰ ਅਸੀਂ ਬੁੱਤ ਪੂਜ, ਖੈਰ ਇਹ ਵਿਸ਼ਾ ਨਹੀਂ ਕਿ ਮੈਂ ਇਸ ਬੰਨੇ ਤੁਰਾਂ, ਸਿਰਫ ਮੈਂ ਟੂਕ ਮਾਤਰ ਗੱਲ ਕਰ ਰਿਹਾ ਵੀ ਆਪਣੇ ਆਪ 'ਤੇ ਵੀ ਸਵਾਰੇ ਹੋਏ ਦਾਵਾ ਕਰਦੇ ਸੀ ਵੀ ਅਸੀਂ ਉਸ ਨੂੰ ਗਾ ਰਹੇ ਹਾਂ। ਤੋਂ ਅੱਗੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ, ਗਾਵਨ ਤੁਧ ਨੂੰ ਇੰਦਰ ਇੰਦਰਾਸਨ ਬੈਠੇ। ਇੰਦਰ ਆਪਣੇ ਆਸਨਾਂ 'ਤੇ ਬੈਠੇ, ਦੇਵਤਿਆਂ ਅੰਦਰ ਨਾਲੇ ਉਹਨਾਂ ਦੇ ਨਾਲ ਦੇਵਤਿਆਂ ਦੇ ਸਮੂਹ, ਕਿਉਂਕਿ ਸਵਰਗ ਦਾ ਰਾਜਾ ਮੰਨਿਆ ਗਿਆ। ਹੁਣ ਉਹਨਾਂ ਦੇ ਮੁਤਾਬਕ ਉੱਥੋਂ ਦਾ ਸਾਰਾ ਕਾਰ ਵਿਹਾਰ ਇਹ ਵੀ ਉਹਨਾਂ ਦਾ ਗਾਉਣਾ ਹੀ ਹੈ। ਉਹਨਾਂ 'ਚ ਗਾਉਣਾ, ਉਹਨਾਂ ਦੇ ਮੁਤਾਬਕ ਤਾਂ ਗਾਉਣਾ ਹੀ ਮੰਨਿਆ ਗਿਆ ਨਾ। ਜਿਵੇਂ ਵਿਦਿਆਰਥੀ ਕਹਿੰਦਾ ਮੈਂ ਤਾਂ ਪੜ੍ਹ ਹੀ ਰਿਹਾ ਜੀ, ਪਤਾ ਤਾਂ ਉਦੋਂ ਲੱਗਣਾ ਜਿਸ ਦਿਨ ਇਗਜ਼ਾਮ ਹੋਣਾ, ਤੇਰਾ ਇਮਤਿਹਾਨ ਹੋਣਾ, ਪਤਾ ਤਾਂ ਉਦੋਂ ਲੱਗਣਾ। ਤਾਂ ਸਾਹਿਬ ਜੀ ਕਹਿੰਦੇ ਨੇ ਗਾਵਨ ਤੁਧ ਨੂੰ ਸਿੱਧ। ਹੁਣ ਸਿੱਧ ਆਪਣੇ ਆਪ 'ਚ ਜਿਹੜੇ ਘਰ ਛੱਡ ਕੇ ਬਾਹਰ ਤੁਰੇ ਫਿਰਦੇ ਸੀ, ਇੱਦਾਂ ਪੁੱਠੇ ਲਮਕ ਰਹੇ ਸੀ, ਪੁੱਛ ਕੇ ਵੇਖੋ ਉਹਨਾਂ ਨੂੰ। ਉਹ ਕਹਿੰਦੇ ਕਿਤੇ ਕੰਮ ਸੌਖਾ ਥੋੜ੍ਹਾ, ਸਰੀਰ 'ਤੇ ਸੁਆਹ ਮਲਣੀ, ਜੜਾਵਾਂ ਵਧਾਉਣੀਆਂ, ਕੰਨਾਂ 'ਚ ਮੁੰਦਰਾਂ ਪਾਉਣੀਆਂ, ਖੱਪਰ ਫੜ ਕੇ ਦਰ 'ਤੇ ਮੰਗਣਾ, ਉਹਨਾਂ ਮੁਤਾਬਕ ਇਹ ਗਾਉਣਾ ਸੀ। ਗਾਵਨ ਤੁਧ ਨੂੰ ਸਿੱਧ, ਸਮਾਧੀ ਅੰਦਰ, ਇੱਦਾਂ ਸਮਾਧੀਆਂ ਲਾਉਣੀਆਂ ਕਿਤੇ ਸੌਖੀਆਂ, ਉਹਨਾਂ ਮੁਤਾਬਕ ਸਮਾਧੀਆਂ ਲਾਉਣੀਆਂ, ਇਹ ਰੱਬ ਨੂੰ ਯਾਦ ਕਰਨਾ ਸੀ। ਇਹੋ ਹੀ ਤਾਂ ਹੀ ਤੁਸੀਂ ਉਹ ਗ੍ਰਸਤੀਆਂ ਉੱਤੇ ਲੰਮਾ ਟਾਈਮ ਦੇਹਧਾਰੀ ਬਾਬਿਆਂ ਪ੍ਰਭਾਵ ਇਹੋ ਪਾ ਛੱਡੇ। ਵੇਖੋ ਜੀ ਬੰਦਗੀ ਕਰਦੇ ਸਾਡੇ ਬਾਬਾ ਜੀ। ਇਹ ਥੋੜ੍ਹਾ ਆਖਿਆ ਵੀ ਕਿਰਤੀ ਬੰਦੇ ਨੂੰ, ਥੋੜ੍ਹਾ ਆਖਿਆ ਵੀ ਤੂੰ ਵੱਡਾ ਸਾਡੇ ਨਾਲੋਂ, ਤੇਰੀ ਕਮਾਈ ਦੇ ਉੱਤੇ ਤੇ ਇਹ ਵਿਹਲੜ ਪੜ ਲਿਆ। ਜੇ ਉਹਨੂੰ ਦੱਸ ਦਿੰਦੇ ਫਿਰ ਉਹਨੇ ਵੱਡਾ ਬਣਨ ਨੂੰ ਕਹਿਣਾ ਨਾ ਜੀ ਵੇਖੋ ਬਾਬਾ ਜੀ ਨੇ ਕਿੰਨੇ ਜਪ ਤਪ ਕੀਤੇ, ਰਾਤ ਪੂਰਨਮਾਸੀ ਸੀ, ਬਾਬਾ ਜੀ ਨੂੰ ਰੱਬ ਮਿਲੇ ਰਾਤੀ, ਸਾਰੀਆਂ ਸ਼ਕਤੀਆਂ, ਗੱਲਾਂ ਬਾਤਾਂ ਹੋਈਆਂ, ਮੀਟਿੰਗ ਹੋਈ ਆ, ਤੁਹਾਡਾ ਭਲਾ ਕਰ ਦੇਣਾ ਬਾਬਾ ਜੀ ਨੇ। ਜੇ ਸਿੱਧ ਜੋਗੀ ਲੋਕ ਇੱਦਾਂ ਕਰਦੇ ਸੀ ਤੇ ਬਾਬੇ ਵੀ ਤੇ ਅਜੋਕੇ ਸਮੇਂ 'ਚ ਇਹੋ ਕੁਝ ਹੀ ਕਰ ਰਹੇ ਨੇ। ਪੂਰਨਮਾਸ਼ੀ ਦੀ ਰਾਤ ਨੂੰ ਇੱਦਾਂ ਬਾਬਾ ਜੀ ਨੂੰ ਰੱਬ ਜੀ ਦੇ ਨਾਲ ਮੁਲਾਕਾਤ ਹੋਈ, ਉਹ ਸ਼ਕਤੀਆਂ ਲਈਆਂ ਉਹਨਾਂ ਕੋਲੋਂ। ਹੁਣ ਤੁਹਾਡਾ ਇੱਦਾਂ ਆਸ਼ੀਰਵਾਦ ਨਾਲ ਸਾਰੀਆਂ ਸ਼ਕਤੀਆਂ ਤੁਹਾਨੂੰ ਦੇ ਦੇਣੀਆਂ ਬਾਬਾ ਜੀ ਨੇ। ਤਾਂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਗਾਵਨ ਤੁਧ ਨੂੰ ਸਿੱਧ, ਸਮਾਧੀ ਅੰਦਰ, ਸਿੱਧਾਂ ਦੀਆਂ ਸਮਾਧੀਆਂ ਲਾਉਣੀਆਂ। ਹੁਣ ਉਹਨਾਂ ਮੁਤਾਬਕ ਤੇ ਇਹ ਵੀ ਗਾਉਣਾ ਹੀ ਹੈ ਨਾ। ਉਹ ਕਹਿੰਦੇ ਅਸੀਂ ਸਿਲਸਿਲਾ ਕਰ ਰਹੇ ਹਾਂ ਬਹੁਤ ਤਗੜੀ। ਗਾਵਨ ਤੁਧ ਨੂੰ ਸਿੱਧ, ਸਮਾਧੀ ਅੰਦਰ, ਗਾਵਨ ਤੁਧ ਨੂੰ ਸਾਧ ਵਿਚਾਰੇ। ਸਾਧ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੋਸ਼ਟੀਆਂ ਕਰਕੇ, ਵਿਚਾਰ ਕਰਕੇ, ਉਹਨਾਂ ਨੂੰ ਪੁੱਛ ਕੇ ਵੇਖੋ ਵੀ ਤੇ ਰੱਬ ਦੀ ਵਿਚਾਰ ਕਰ ਰਹੇ। ਜੇ ਕੋਈ ਨਾਂਗਾ ਤੁਰਿਆ ਫਿਰਦਾ, ਜੇ ਕੋਈ ਵਿਚਾਰ ਗੋਸ਼ਟੀ ਕਰ ਰਿਹਾ, ਜੇ ਕੋਈ ਤੰਤਰ ਮੰਤਰ ਜਪ ਰਿਹਾ, ਉਹਨਾਂ ਮੁਤਾਬਕ ਇਹ ਵੀ ਗਾਉਣਾ। ਉਹ ਕਹਿੰਦੇ ਅਸੀਂ ਕਿਤੇ ਕਿਸੇ ਨਾਲੋਂ ਘੱਟ ਥੋੜ੍ਹਾ। ਕਹਿੰਦੇ ਗਾਵਨ ਤੁਧ ਨੂੰ ਜਤੀ ਸਤੀ ਸੰਤੋਖੀ, ਜੱਤ ਪਾਲਣ ਵਾਲੇ, ਸੱਤ ਪਾਲਣ ਵਾਲੇ, ਸੰਤੋਖੀ, ਭਾਵੇਂ ਸਾਰੇ ਫਰਜੀ ਨੇ। ਕਿਹੜੇ ਜਤੀ? ਪਰਿਵਾਰ ਛੱਡ ਕੇ ਜਤੀ ਖਵਾਉਣ ਵਾਲੇ ਵੀ ਸਾਡੇ ਵਰਗੇ ਜਤੀ। ਬਾਬਾ ਜੀ ਦੇ ਬ੍ਰਹਮਚਾਰੀ ਨੇ, ਇਹ ਜਤੀ ਨੇ, ਜੱਤ ਪਾਲਦੇ ਨੇ, ਬਾਣੀਆਂ ਦੀ ਜਤੀ ਸਦਾਮ ਹੈ। ਜੁਗਤ ਨਾ ਜਾਣੇ ਛੱਡ ਬਹਿ ਘਰ ਬਾਹਰ, ਬੜੇ ਜਤੀ ਨੇ। ਸਤੀ ਅਖੌਤੀ ਦਾਨੀ, ਇਹਨਾਂ ਵਰਗਾ ਦਾਨੀ ਕੋਈ ਨਹੀਂ। ਸੰਤੋਖੀ ਵਕਤੀ ਤੌਰ 'ਤੇ ਨਾਮ ਧਰੀਕ ਸੰਤੋਖੀ, ਅਖਵਾਉਣ ਵਾਲੇ ਸੰਤੋਖੀ ਵਾਸਤਵ ਵਿੱਚ ਹੈ ਨਹੀਂ। ਜਤੀ ਸਤੀ ਸੰਤੋਖੀ ਕਹਿ ਕੇ ਗਾਵਨ ਵੀਰ ਕਰਾਰੇ, ਵੱਡੇ ਵੱਡੇ ਵੀਰ ਯੋਧੇ, ਸਰੀਰ 'ਤੇ ਦੁਸ਼ਮਣਾਂ ਦੇ ਫੱਟ ਸਹਿਣ ਵਾਲੇ। ਆਪਣੇ ਆਪ 'ਚ ਇਹ ਵੀ ਦਾਅਵਾ ਕਰਦੇ ਸੀ ਅਸੀਂ ਗਾ ਰਹੇ ਹਾਂ। ਵੇਖੋ ਬਾਬਾ ਜੀ ਨੇ ਵਿਆਹ ਨਹੀਂ ਕਰਾਇਆ, ਇਹ ਕਿਤੇ ਕੰਮ ਸੌਖਾ ਥੋੜ੍ਹਾ। ਆਪਣੀਆਂ ਇੰਦਰੀਆਂ ਨੂੰ ਰੋਕ ਕੇ ਰੱਖਣਾ, ਜੱਤ ਪਾਲਣਾ ਸੌਖਾ ਥੋੜ੍ਹਾ। ਉਹਨਾਂ ਮੁਤਾਬਕ ਇਹ ਵੀ ਗਾਉਣਾ ਸੀ। ਦਾਨ ਕਰਨਾ, ਭਾਵੇਂ ਇੱਧਰੋਂ ਲੁੱਟ ਕੇ ਇੱਧਰੋਂ ਕਰ ਦਿਓ, ਪਰ ਇਹ ਕੰਮ ਸੌਖਾ। ਸੰਤੋਖ, ਸੰਤੋਖ ਜਦੋਂ ਲੋੜ ਪੈ ਲਓ ਉਦੋਂ ਸੰਤੋਖੀ ਬਣ ਜਾਓ। ਅੱਗੋਂ ਪਿੱਛੋਂ ਹੜੱਪ ਕਰ ਲਓ, ਲੁੱਟ ਲਓ, ਖਾ ਲਓ, ਕਿਸੇ ਦਾ ਨੁਕਸਾਨ ਕਰ ਦਿਓ, ਭਰਾਵਾਂ ਨਾਲ ਬੇਈਮਾਨੀਆਂ ਕਰ ਲਓ, ਇੱਧਰ ਚਿੜੀਆਂ ਨੂੰ ਚੌਲ ਪਾ ਦਿਓ। ਤੁਹਾਨੂੰ ਤੁਸੀਂ ਕਈ ਬੰਦੇ ਵੇਖੇ ਹੋਣੇ ਆ, ਇੱਧਰ ਚਿੜੀਆਂ ਨੂੰ ਚੌਲ ਪਾਉਣਗੇ, ਅੱਗੋਂ ਪਿੱਛੋਂ ਠੂੰਗਾ ਮਾਰਨਗੇ, ਗਰੀਬਾਂ ਦਾ ਹੱਕ ਮਾਰਨ ਦੀ ਕੋਸ਼ਿਸ਼ ਕਰਨਗੇ। ਤਾਂ ਗੁਰੂ ਸਾਹਿਬ ਨੇ ਬਖਸ਼ਿਸ਼ ਭਰੇ ਬਚਨ ਕੀਤੇ, ਸਾਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਦਿੱਤਾ, ਕਿੱਦਾਂ ਜ਼ਿੰਦਗੀ ਨੂੰ ਜਿਉਣਾ ਹੈ। ਪਾਸ਼ਾ ਕਹਿੰਦੇ ਆ ਵੇਖ ਭਾਈ, ਜੇ ਤੇ ਗਾਉਣਾ ਹੈ ਤੇ ਆ ਤੇ ਗਾ ਰਹੇ ਨੇ ਸਾਰੇ ਵਕਤੀ ਤੌਰ 'ਤੇ, ਪਰ ਆਪਣੇ ਵੱਲੋਂ ਗਾ ਰਹੇ ਨੇ। ਉਹ ਪ੍ਰਵਾਨ ਹੋ ਰਿਹਾ ਨਹੀਂ ਹੋ ਰਿਹਾ ਬਾਅਦ ਦੀਆਂ ਗੱਲਾਂ ਨੇ, ਆਪਣੇ ਵੱਲੋਂ ਤਾਂ ਗਾ ਰਹੇ ਨੇ। ਗਾਵ ਤੁਨੂੰ ਜਤੀ ਸਤੀ ਸੰਤੋਖੀ ਗਾਵੇਂ, ਗਾਵਨ ਵੀਰ ਕਰਾਰੇ। ਵੀਰ ਕਰਾਰੇ ਸਰੀਰ ਦੇ ਉੱਤੇ ਫੱਟ ਸਹਿਣ ਵਾਲੇ ਆਪਣੇ ਆਪ ਨੂੰ ਗਾਉਣ ਦਾ ਦਾਅਵਾ ਪੈ ਕਰਦੇ ਨੇ। ਗਾਵਨ ਤੁਨੂੰ ਪੰਡਤ, ਪੰਡਤ, ਪੰਡਤ ਲੋਕ ਜਿਹੜੇ ਵੇਦ ਸ਼ਾਸਤਰਾਂ ਦਾ ਅਭਿਆਸ ਕਰਦੇ ਸੀ, ਕਈ ਤਰ੍ਹਾਂ ਦੇ ਮੰਤਰ ਜਪਦੇ ਸੀ, ਉਹਨਾਂ ਮੁਤਾਬਕ ਤੇ ਉਹ ਘੱਟ ਥੋੜ੍ਹਾ। ਉਹ ਕਹਿੰਦੇ ਅਸੀਂ ਗਾ ਰਹੇ। ਤਾਂ ਹੀ ਤਾਂ ਵੱਡੇ ਵੱਡੇ ਅਮੀਰ ਲੋਕ ਵੀ ਜਾ ਕੇ ਪੰਡਤਾਂ ਦੇ ਪੈਰ ਧੋ ਧੋ ਕੇ ਪੀਂਦੇ ਸੀ, ਕਿਉਂਕਿ ਉਹ ਉੱਤਮ ਮੰਨਦੇ ਸੀ ਉਹਨਾਂ ਨੂੰ। ਗਾਵਨ ਤੁਧ ਨੂੰ ਪੰਡਤ, ਪੜ੍ਹਨ ਰਖੀਸ਼ੁਰ, ਰਖੀਸ਼ੁਰ ਵੱਡੇ ਵੱਡੇ ਰਿਸ਼ੀ ਮੰਨੇ ਪ੍ਰਮੰਨੇ ਜਿਹੜੇ ਸੀ, ਅਤੇ ਜੁਗ ਜੁਗ ਵੇਦਾਂ ਨਾਲ ਉਹਨਾਂ ਮੁਤਾਬਕ ਵੇਦਾਂ ਦੀ ਵਿਚਾਰ ਕਰਨੀ, ਵੇਦਾਂ ਦੇ ਪਾਠ ਕਰਨੇ, ਵੇਦਾਂ ਦੇ ਮੰਤਰ ਜਪਣੇ, ਲੋਕਾਂ ਨੂੰ ਦੱਸਣਾ। ਉਹਨਾਂ ਮੁਤਾਬਕ ਇਹ ਰੱਬ ਦੀ ਸਿਫਤ ਸਲਾਹ ਸੀ। ਪੁੱਛ ਕੇ ਵੇਖੋ ਉਹਨਾਂ ਨੂੰ। ਤੋਂ ਅੱਗੇ ਸਾਹਿਬ ਜੀ ਕਹਿੰਦੇ ਨੇ ਗਾਵਨ ਤੁਧ ਨੂੰ ਮੋਹਣੀਆਂ, ਮਨ ਮੋਹਣ, ਸੁਰਗ ਮਛ ਪਿਆਲੇ ਮੋਹਣੀਆਂ, ਮਨ ਮੋਹਣ। ਸੁਰਗ ਦੀਆਂ ਮੋਹਣੀਆਂ, ਜਿਹੜੀਆਂ ਸੁਰਗ ਦੀਆਂ ਮੋਹਣੀਆਂ ਇੰਦਰ ਦੇ ਦਰਬਾਰ ਵਿੱਚ ਆਪਣੇ ਤਰ੍ਹਾਂ ਤਰ੍ਹਾਂ ਦੇ ਨਾਚ ਗਾਣੇ ਕਰ ਰਹੀਆਂ ਨੇ, ਉੱਥੇ
ਉਹਨਾਂ ਦਾ ਮਨ ਬਹਿਲਾ ਰਹੀਆਂ ਨੇ, ਉਹਨਾਂ ਮੁਤਾਬਕ ਇਹ ਵੀ ਗਾਉਣਾ ਹੈ। ਸਵਰਗ ਦੀਆਂ ਜਿਹਨੂੰ ਪਰੀਆਂ ਮੰਨਿਆ ਗਿਆ, ਸਵਰਗ ਦੀਆਂ ਪਰੀਆਂ ਮੰਨਿਆ ਗਿਆ, ਜਿਨ੍ਹਾਂ ਨੂੰ ਇੱਦਾਂ ਦੇ ਵੀ ਸਵਰਗ ਬਣਾਏ ਗਏ ਨਾ, ਭਾਈ ਚੰਗੇ ਕੰਮ ਕਰੋ, ਅੱਗੇ ਸਵਰਗ ਹੈ, ਅੱਗੇ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਜਿਹੜੇ ਜਾਮ ਮਿਲਣਗੇ, ਪਰੀਆਂ ਮਿਲਣਗੀਆਂ, ਇੱਦਾਂ ਦੇ ਵੀ ਲਾਲਚ ਦਿੱਤੇ ਗਏ ਨੇ। ਤਾਂ ਹੀ ਉਹ ਲੋਕ ਤੁਸੀਂ ਵੇਖੋ ਇਹਨਾਂ ਲਾਲਚਾਂ ਵਿੱਚ ਫਸੇ ਪਏ ਨੇ। ਬਾਣੀ ਕੁਝ ਹੋਰ ਸੱਚ ਦੱਸ ਰਹੀ ਹੈ ਅਤੇ ਸੋਚ ਕੇ ਅਸੀਂ ਕੁਝ ਹੋਰ ਬੈਠੇ ਹਾਂ। ਇਸੇ ਕਰਕੇ ਵੇਖਿਆ ਕਿ ਬਾਣੀ ਦੀ ਬਹੁਤ ਜ਼ਿਆਦਾ ਵਿਚਾਰ ਵਿਪਰ ਦਾ ਪ੍ਰਭਾਵ ਲੈ ਕੇ ਕੀਤੀ ਜਾ ਰਹੀ ਹੈ। ਜੇ ਕੋਈ ਸ਼ਿਵ ਆ ਗਿਆ ਬਾਣੀ 'ਚ, ਕਿਤੇ ਬ੍ਰਹਮਾ ਆ ਗਿਆ, ਅਤੇ ਉਹਦੀ ਵਿਆਖਿਆ ਕਰਨ ਲੱਗ ਪੈਣੀ। ਬਾਣੀ ਦਾ ਮੇਨ ਜਿਹੜਾ ਵਿਸ਼ਾ ਹੈ ਉਹ ਵਿੱਚੋਂ ਛੱਡ ਦਿੱਤਾ ਜਾਂਦਾ ਹੈ। ਇਹ ਨਾ ਆਏ ਨੇ ਦਾ ਅਰਥ ਇਹ ਨਹੀਂ ਵੀ ਇਹਨਾਂ ਨੂੰ ਬਾਣੀ ਮੰਨਦੀ ਹੈ, ਨਾ ਤੇ ਵਰਤੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਪਰ ਸਮਝਾਇਆ ਸਾਨੂੰ ਮੇਨ ਤੱਤ ਵਿਚਾਰ ਨਾਲ ਸਾਨੂੰ ਜੋੜਿਆ ਗੁਰਦੇਵ ਜੀ ਨੇ। ਤੋ ਖੈਰ, ਗਾਵਨ ਤੁਧਨੋ ਮੋਹਣੀਆਂ ਮਨ ਮੋਹਣ ਸੁਰਗ ਮਛ ਪਿਆਲੇ, ਕਹਿਣ ਲੱਗੇ ਭਾਵੇਂ ਸੁਰਗ ਹੈ ਭਾਵੇਂ ਮਛ। ਹੁਣ ਉਹਨਾਂ ਦੇ ਕਹਿਣ ਮੁਤਾਬਕ ਇਹ ਸਾਰੇ ਜਿਹੜੇ ਗਾ ਰਹੇ ਨੇ ਉਸ ਨੂੰ, ਜਿਹੜੇ ਵੀ ਆਪਣਾ ਕਾਰ ਵਿਹਾਰ ਕਰ ਰਹੇ, ਭਾਵੇਂ ਚਤੁਰਗੁਪਤ ਦੀ ਗੱਲ ਹੈ, ਭਾਵੇਂ ਈਸ਼ਰ ਬ੍ਰਹਮਾ ਦੀ ਗੱਲ ਹੈ, ਭਾਵੇਂ ਸੁਰਗ ਦੀ ਗੱਲ ਹੈ, ਮਛ ਪਿਆਲ ਦੀ ਗੱਲ ਹੈ, ਧਰਤੀ ਦੀ ਗੱਲ ਹੈ, ਪਤਾਲ ਦੀ ਗੱਲ ਹੈ, ਕਹਿੰਦੇ ਸਾਰੇ ਉਹਦੇ ਨਿਯਮ 'ਚ ਸਾਰੇ ਉਸ ਨੂੰ ਗਾ ਰਹੇ ਨੇ। ਹੁਣ ਇਹ ਆਪਣੇ ਆਪ 'ਚ ਉਹਦੀ ਬੰਦਗੀ ਕਰ ਰਿਹਾ, ਕਿਉਂਕਿ ਵਿਪਰ ਬੜਾ ਚਲਾਕ ਸੀ। ਜਿਹੜੇ ਤੱਤ ਸੀ ਨਾ, ਉਹਨਾਂ ਨੂੰ ਵੀ ਭਗਵਾਨ ਬਣਾ ਕੇ ਉਹਨੇ ਪੇਸ਼ ਕੀਤਾ ਸਮਾਜ ਦੇ ਸਾਹਮਣੇ, ਵੀ ਇਹ ਸਾਰੇ ਉਹਦੇ ਉਹ ਭਗਵਾਨ ਨੇ ਜੀ, ਇਹਦੀ ਪੂਜਾ ਕਰੋ, ਤੁਸੀਂ ਤਰ ਜਾਓਗੇ। ਤੋ ਖੈਰ, ਮਹਾਰਾਜ ਅੱਗੇ ਕਹਿੰਦੇ, ਗਾਵਨ ਤੁਧਨੋ ਰਤਨ ਉਪਾਏ ਤੇਰੇ 68 ਤੀਰਥ ਨਾਲੇ। ਰਤਨ ਉਪਾਏ ਤੇਰੇ 68 ਤੀਰਥ ਨਾਲੇ। ਕਿਹੜੇ ਰਤਨ? ਜਿਵੇਂ ਆਪਾਂ ਪੰਥ ਰਤਨ ਕਹਿੰਦੇ ਹਾਂ, 68 ਤੀਰਥਾਂ 'ਤੇ ਵੀ ਕਈ ਇੱਦਾਂ ਦੇ ਪੰਥ ਰਤਨ ਬੈਠੇ, ਜਿਨ੍ਹਾਂ ਕੋਲ ਲੋਕ ਪੂਜਾ ਕਰਾਉਣ ਨਹੀਂ ਜਾਂਦੇ, ਦਾਨ ਦਸ਼ਨਾ ਦੇ ਕੇ ਆਉਂਦੇ, ਉਹਨਾਂ ਕੋਲ ਉਹ ਰਹਿੰਦੇ ਤੀਰਥਾਂ 'ਤੇ ਆ। ਹੁਣ ਉਹਨਾਂ ਦੇ ਮੁਤਾਬਕ ਤੀਰਥਾਂ 'ਤੇ ਵਸਣਾ, ਉੱਥੇ ਆਪਣੇ ਕਈ ਪ੍ਰਕਾਰ ਦੇ ਤਿਆਗ ਕਰਨੇ, ਦਾਨ ਦਸ਼ਨਾ ਲੈਣੀ ਦੇਣੀ, ਉਹਨਾਂ ਦੇ ਮੁਤਾਬਕ ਇਹ ਵੀ ਉਹਨਾਂ ਦੇ ਮੁਤਾਬਕ ਰੱਬ ਦੀ ਸਿਫਤ ਸਲਾਹ। ਹੁਣ ਆਰੰਭ ਹੋਇਆ ਸੀ 100 ਦਰ ਤੇਰਾ ਕਿਹਾ, ਵੀ ਨਾ ਤੇਰੇ ਦਰ ਦਾ ਪਤਾ, ਨਾ ਤੇਰੇ ਘਰ ਦਾ ਪਤਾ, ਪਰ ਇਹ ਦਾਵਾ ਸਾਰੇ ਕਰ ਰਹੇ ਮਾਲਕ ਜੀ ਤੁਹਾਨੂੰ ਗਾਉਣ ਦਾ। ਅੱਗੇ ਬਖਸ਼ਿਸ਼ ਕਰ ਰਹੇ, ਗਾਵਨ ਤੁਧਨੋ ਜੋਧ ਮਹਾਬਲ ਸੂਰਾ। ਬੜੇ ਬੜੇ ਯੋਧੇ, ਮਹਾਬਲ ਵਾਲੇ, ਤਾਕਤ ਵਾਲੇ ਜਿਹੜੇ ਸੂਰਮੇ ਸੀ, ਹੁਣ ਉਹ ਆਪਣੇ ਆਪ 'ਚ ਮੈਦਾਨੇ ਜੰਗ 'ਚ ਸਰੀਰ ਦੇ ਉੱਤੇ ਫੱਟ ਖਾਣ ਨੂੰ, ਸੂਰਮਤਾਈ ਇਹ ਵਿਖਾਉਣ ਨੂੰ, ਉਹ ਕਹਿੰਦੇ ਅਸੀਂ ਵੀ ਰੱਬ ਦੀ ਸਿਫਤ ਸਲਾਹ ਕਰ ਰਹੇ ਹਾਂ। ਗਾਵਨ ਖਾਣੀ ਚਾਰੇ ਮੈਨੂੰ ਚਾਰੇ ਖਾਣੀ, ਉਹਨਾਂ 'ਚ ਮਨੁੱਖ ਵੀ ਆਉਂਦਾ। ਹੁਣ ਮਨੁੱਖ ਥੋੜ੍ਹਾ ਕਹਿੰਦਾ ਵੀ ਮੈਂ ਉਹ ਤੋਂ ਕਿਸੇ ਨੂੰ ਪੁੱਛ ਕੇ ਵੇਖੋ, ਜਿਵੇਂ ਆਮ ਹੀ ਆਪਾਂ ਕਹਿੰਦੇ ਹਰ ਬੰਦਾ ਹੀ ਤੁਹਾਨੂੰ ਸਿੱਖ ਕਵੇਗਾ। ਤੁਸੀਂ ਜੇ ਆਪਾਂ ਆਪਣੀ ਗੱਲ ਕਰ ਲਈਏ, ਜਿਸ ਬੰਦੇ ਨੇ ਕਾਲੇ ਧਾਗੇ ਬੱਧੇ ਤੁਸੀਂ ਮੈਂ ਸਿੱਖ ਵਾਂ, ਜਿਹੜਾ ਬੰਦਾ ਮੱਥੇ 'ਤੇ ਤਿਲਕ ਲਾਉਂਦਾ ਮੈਂ ਸਿੱਖ ਵਾਂ, ਹੁਣ ਉਹ ਆਪਣੇ ਮੁਤਾਬਕ ਤਾਂ ਸਿੱਖ ਹੀ ਆ ਨਾ। ਵੱਖਰੀ ਗੱਲ ਹੈ ਗੁਰੂ ਜੀ ਦੀ ਕਸਵੱਟੀ 'ਤੇ ਖਰਾ ਉਤਰਦਾ ਕਿ ਨਹੀਂ ਉਤਰਦਾ, ਪਰ ਕਹਿ ਤਾਂ ਸਿੱਖ ਹੀ ਰਿਹਾ ਆਪਣੇ ਆਪ ਨੂੰ। ਜਿਹੜਾ ਸ਼ਨੀਵਾਰ ਕਿਤੇ ਤੇਲ ਪਾਉਣ ਜਾ ਰਿਹਾ, ਕਹਿੰਦਾ ਮੈਂ ਸਿੱਖ ਹਾਂ, ਕਿਸੇ ਦੇਹਧਾਰੀ ਬਾਬੇ ਦੇ ਪੈਰਾਂ 'ਤੇ ਮੱਥਾ ਟੇਕਦਾ, ਕਹਿੰਦਾ ਮੈਂ ਸਿੱਖ ਵਾਂ। ਤੋ ਆਪਣੇ ਆਪ 'ਤੇ ਇਹ ਸਾਰੇ ਗਾਉਣ ਦਾ ਦਾਅਵਾ ਕਰਦੇ ਸੀ, ਕਹਿੰਦੇ ਜੀ ਚਾਰੇ ਖਾਣੀਆਂ ਉਸ ਨੂੰ ਸਿਫਤ ਸਲਾਹ ਕਰ ਰਹੀਆਂ ਨੇ, ਉਹਦੀ ਮਹਿਮਾ ਕਰ ਰਹੀਆਂ ਨੇ। ਪਾਤਸ਼ਾਹ ਕਹਿੰਦੇ ਨੇ, ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਰੱਖੇ ਤੇਰੇ ਤਾਰੇ। ਮਾਲਕ ਜੀ ਤੁਹਾਡੇ ਟਿਕਾਏ ਹੋਏ ਖੰਡ ਮੰਡਲ ਬ੍ਰਹਿਮੰਡਾ, ਇਹ ਵੀ ਆਪਣੇ ਆਪ 'ਚ ਟਿਕੇ ਹੋਏ, ਕਹਿੰਦੇ ਤੁਹਾਨੂੰ ਗਾਉਣ ਦਾ ਦਾਅਵਾ ਕਰ ਰਹੇ ਨੇ, ਵੀ ਇਹ ਸਾਰੇ ਤੁਹਾਡੀ ਸਿਫਤ ਸਲਾਹ ਕਰ ਰਹੇ ਨੇ। ਅੱਗੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਸੇਈ ਤੁਧਨੋ ਗਾਵਨ। ਆਹ ਹੈ ਮੇਨ ਗੱਲ, ਇੱਥੇ ਗੱਲ ਆ ਗਈ ਵੀ ਸੇਈ ਤੁਧਨੋ ਗਾਵਨ। ਅਸਲ 'ਚ ਉਹ ਗਾਉਂਦੇ ਆ ਤੁਹਾਨੂੰ, ਕਿਹੜੇ? ਜੋ ਤੁਧ ਭਾਵਨ, ਜਿਹੜੇ ਤੁਹਾਨੂੰ ਭਾਗ ਹੈ। ਹੁਣ ਭਾਉਣਾ ਕੀ ਹੈ? ਰਜਾ 'ਚ ਤੁਰਨਾ। ਜਿਹੜੇ ਤੁਹਾਨੂੰ ਰਜਾ 'ਚ ਤੁਰ ਗਏ ਨਾ, ਅਸਲ 'ਚ ਉਹ ਗਾਉਂਦੇ ਆ। ਸੇਈ ਤੁਧਨੋ ਗਾਵਨ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਉਹ ਆ ਰਸ ਵਾਲੇ, ਰਤੇ ਤੇਰੇ ਭਗਤ ਰਸਾਲੇ, ਰਸ ਵਾਲੇ, ਰਸ ਵਾਲੇ। ਉਹ ਅਸਲ 'ਚ ਭਗਤ ਜਿਹੜੇ ਤੁਹਾਨੂੰ ਗਾਉਂਦੇ ਆ, ਜਿਹੜੇ ਤੁਹਾਨੂੰ ਭਾਗ ਆ। ਅਤੇ ਭਾਏਗਾ ਕਿਹੜਾ? ਜਿਹੜਾ ਉਹਦੀ ਰਜਾ ਵਿੱਚ ਤੁਰੇਗਾ। ਕਿਉਂਕਿ ਸੇਵਕ ਸਿੱਖ ਪੂਜਣ ਸਭ ਆਵੇਂ, ਸਭ ਗਾਵੇਂ ਹਰ ਹਰ ਉਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਵੇਂ ਪਾਵੇ, ਜਿਨ ਸਤਿਗੁਰ ਕੀ ਆ ਗਿਆ ਸਤ ਕਰਮਾਂ ਨੇ। ਤੋ ਪਾਤਸ਼ਾਹ ਅੱਗੇ ਕਹਿੰਦੇ ਨੇ, ਹੋਰ ਕਿਤੇ ਗਾਵਨ। ਮਹਾਰਾਜ ਆ ਜਿਹੜੇ ਮੈਂ ਉੱਪਰ ਗਿਣ ਕੇ ਆਇਆ ਨਾ, ਆੜੇ ਮੈਂ ਉੱਪਰ ਗਿਣ ਕੇ ਆਇਆ, ਇਹ ਤਾਂ ਜੇ ਥੋੜ੍ਹੇ ਜਿਹੇ ਦੱਸੇ ਆ, ਪਤਾ ਹੀ ਨਹੀਂ ਹੋਰ ਇੱਦਾਂ ਦੇ ਕਿੰਨੇ ਗਾ ਰਹੇ। ਜਿਵੇਂ ਆਪਾਂ ਪਿੱਛੇ ਜਪ ਬਾਣੀ 'ਚ ਨਹੀਂ ਪੜ੍ਹਿਆ 17 ਨੰਬਰ ਪੌੜੀ 'ਚ, ਵੀ ਅਸੰਖ ਜਪ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਓ। ਉਹ ਸੰਖ ਤਾਂ ਹੀ ਕਿਹਾ ਸੀ, ਪਤਾ ਹੀ ਕੋਈ ਨਹੀਂ, ਗਿਣਤੀ ਕੋਈ ਨਹੀਂ, ਪਤਾ ਹੀ ਨਹੀਂ। ਕੁਦਰਤ ਕਹਾਂ ਵੀ ਚਰਵਾ ਰਹਿਣ ਜਾਵਾਂ, ਵੀ ਮੇਰੇ ਕੋਲ ਤੇ ਏਡੀ ਵੱਡੀ ਕੁਦਰਤ ਤੋਂ ਕੁਰਬਾਨ ਹੋਇਆ ਵੀ ਨਹੀਂ ਜਾਣਾ, ਵੀ ਏਡਾ ਵੱਡਾ ਬੇਅੰਤ ਪਸਾਰਾ ਹੈ ਤੁਹਾਡਾ। ਤੋ ਇੱਥੇ ਵੀ ਕਹਿ ਤਾ, ਕਹਿੰਦੇ ਹੋਰ ਕਿਤੇ ਗਾਵਨ, ਹੋਰ ਪਤਾ ਹੀ ਨਹੀਂ ਕਿੰਨੇ ਗਾਉਣ ਵਾਲੇ। ਸੇ ਮੈਂ ਚੇਤਨਾਵਨ, ਮੇਰੇ ਤੇ ਚੇਤੇ ਵੀ ਜਿਹੜੀ ਪਤਾ ਨਹੀਂ ਕਿੰਨੇ ਨੇ। ਨਾਨਕ ਕਿਆ ਵਿਚਾਰੇ, ਨਾਨਕ ਕੀ ਵਿਚਾਰ ਕਰ ਸਕਦਾ ਜੀ, ਏਡਾ ਵੱਡਾ ਬੇਅੰਤ ਪਸਾਰਾ। ਮਹਾਰਾਜ ਸਾਰੇ ਤੁਹਾਨੂੰ ਗਾ ਰਹੇ ਨੇ, ਪਰ ਭਾਉਂਦੇ ਉਹ ਨੇ ਜਿਹੜੇ ਤੁਹਾਡੀ ਰਜਾ ਵਿੱਚ ਤੁਰਦੇ ਨੇ। ਤੋ ਅੱਗੇ ਸਾਹਿਬ ਜੀ ਕਹਿੰਦੇ ਨੇ, ਸੋਈ ਸਦਾ ਸੱਚ। ਉਹ ਮਾਲਕ ਜਿਹੜਾ ਸਦਾ ਸੱਚ ਹੈ,
ਤੇ ਸਹਿਬ ਸਾਚਾ, ਜਿਹੜਾ ਆਪ ਸਦਾ ਸੱਚ ਹੈ ਤੇ ਸਾਚੀ ਨਹੀਂ, ਉਹਦਾ ਇਨਸਾਫ ਵੀ ਸੱਚਾ ਹੈ। ਆਪ ਸੱਚਾ ਹੈ, ਉਹਦਾ ਇਨਸਾਫ ਵੀ ਸੱਚਾ ਹੈ। ਪੀ ਹੋਸੀ, ਜਿਹੜਾ ਹੈਗਾ ਵੀ ਹੈ ਤੇ ਹੋਏਗਾ ਵੀ। ਜਾਏ, ਜਿਹਦਾ ਜਨਮ ਹੀ ਨਹੀਂ ਹੋਇਆ, ਜਿਨ੍ਹਾਂ ਦੇ ਆਪਾਂ ਨਾਂ ਲਏ ਨੇ, ਇਹ ਕਦੀ ਮਿਥੇ ਗਏ ਨੇ, ਭਾਵੇਂ ਵਿਖਾਏ ਗਏ ਨੇ। ਹੁਣ ਜਿਹਦਾ ਜਨਮ ਹੋਇਆ ਉਹ ਰੱਬ ਕਿੱਦਾਂ ਹੋ ਸਕਦਾ? ਉੱਥੇ ਲਿਖਿਆ ਸੋ ਮੁਖ ਜਲੋ ਜਿਤ ਕੇ ਠਾਕੁਰ ਜੂ ਨੀ, ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਏ। ਜਿਹਨੇ ਸਮੁੱਚੀ ਕਾਇਨਾਤ ਨੂੰ ਆਪ ਸਿਰਜਿਆ, ਉਹ ਆਪ ਜਾਣਦਾ, ਸਦੀਵ ਰਹਿਣ ਵਾਲਾ ਹੈ, ਉਹਦਾ ਜਨਮ ਹੀ ਨਹੀਂ ਹੋਇਆ। ਉਹ ਆਦ ਸੱਚ ਹੈ, ਜੁਗਾਰ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਤੋਂ ਅੱਗੇ ਬਖਸ਼ਿਸ਼ ਕਰਦੇ ਨੇ, ਕਹਿੰਦੇ ਰੰਗੀ ਰੰਗੀ ਭਾਤੀ, ਰੰਗਾਂ ਰੰਗਾਂ ਦੀ, ਭਾਤਾਂ ਭਾਤਾਂ ਦੀ, ਕਰ ਕਰ ਜਿਨਸੀ ਮਾਇਆ, ਜਿਹਨੂੰ ਭਾਈ ਪਤਾ ਨਹੀਂ ਕਿੰਨੇ ਕਿਸਮ ਦੀ ਮਾਇਆ ਹੈ। ਮਾਇਆ ਦਾ ਕੋਈ ਇੱਕ ਰੂਪ ਥੋੜ੍ਹਾ, ਅਸੀਂ ਤਾਂ ਮਾਇਆ ਦਾ ਅਰਥ ਕਰੰਸੀ ਮੰਨਦੇ ਹਾਂ, ਸੋਨਾ ਚਾਂਦੀ ਡਾਲਰ ਪਾਉਣ ਮੰਨਦੇ ਹਾਂ। ਬਾਣੀ ਦੀ ਨਾ ਨਾ ਨਾ, ਤੀਰਥ ਜਾਓ ਤਾਂ ਹੋਂ ਹੋਂ ਕਰਤੇ, ਪੰਡਿਤ ਪੁੱਛੋ ਤਾਂ ਮਾਇਆ ਰਾਤੇ। ਉਹ ਪੰਡਤਾਂ ਨੂੰ ਕਿਹੜੀ ਮਾਇਆ ਹੈ? ਹਉਮੈ। ਮੇਰੇ ਵਰਗਾ ਇਸ਼ਨਾਨੀ ਕੋਈ ਨਹੀਂ, ਮੇਰੇ ਵਰਗਾ ਦਾਨੀ ਕੋਈ ਨਹੀਂ, ਮੇਰੇ ਵਰਗਾ ਗਿਆਨੀ ਕੋਈ ਨਹੀਂ, ਮੇਰੇ ਵਰਗਾ ਬਾਬਾ ਕੋਈ ਨਹੀਂ, ਮੇਰੇ ਵਰਗਾ ਪ੍ਰਬੰਧਕ ਕੋਈ ਨਹੀਂ। ਇਹ ਮਾਇਆ ਨਹੀਂ ਹੈ। ਸਭ ਕੁਝ ਤਿਆਗਣ ਤੋਂ ਬਾਅਦ ਇਹ ਵੀ ਮਾਇਆ ਹੋ ਸਕਦੀ ਹੈ। ਮੇਰੇ ਵਰਗਾ ਗ੍ਰਸਤੀ ਕੋਈ ਨਹੀਂ। ਵੇਖ ਲਓ ਜੀ, ਮੈਂ ਵਿਆਹ ਨਹੀਂ ਜੇ ਕਰਾਇਆ, ਮੈਨੂੰ ਬੱਚਿਆਂ ਦੀ ਕਾਲਖ ਨਹੀਂ ਜੇ ਲੱਗੀ, ਇਹ ਵੀ ਤਾਂ ਮਾਇਆ ਹੋ ਸਕਦੀ ਹੈ ਨਾ। ਮਾਇਆ ਦਾ ਕੋਈ ਇੱਕ ਰੂਪ ਥੋੜ੍ਹਾ। ਜੇ ਗ੍ਰਸਤੀ ਨੂੰ ਮਾਇਆ ਦਾ ਰੰਗ ਲੱਗ ਸਕਦਾ ਹੈ ਤੇ ਤਿਆਗੀ ਨੂੰ ਵੀ ਲੱਗ ਸਕਦਾ ਹੈ। ਤਿਆਗੀ ਨੂੰ ਤਿਆਗ ਦਾ ਹੰਕਾਰ ਵੀ ਤੇ ਮਾਇਆ ਹੋ ਸਕਦੀ ਨਾ। ਰੰਗੀ ਰੰਗੀ ਭਾਤੀ, ਕਰ ਕਰ ਜਿਨਸੀ ਮਾਇਆ ਜਿਹਨੂੰ ਪਾਈ। ਕਰ ਕਰ, ਪਾਤਸ਼ਾਹ ਕੀ ਕਹਿੰਦੇ ਨੇ, ਕਰ ਕਰ ਦੇਖਿਆ ਕੀਤਾ ਆਪਣਾ, ਕਰ ਕਰਕੇ ਵੇਖਦਾ ਆਪਣੇ ਕੀਤੇ ਨੂੰ। ਜਿਮ ਤਿਸ ਦੀ ਵਡਿਆਈ, ਇਹ ਉਹਦੀ ਵਡਿਆਈ, ਇਹ ਉਹਦੀ ਮਹਿਮਾ, ਉਹ ਆਪਣੇ ਕੀਤੇ ਨੂੰ ਆਪ ਵੇਖਦਾ, ਤਾਂ ਹੀ ਤੈਨੂੰ ਕਰਤਾ ਪੁਰਖ ਆਂਦੇ ਆ। ਮੈਂ ਅੱਗੇ ਵੀ ਗੱਲ ਕਹੀ ਸੀ ਵੀ ਆ ਮਾਈਕ ਹੈ ਨਾ, ਜਿਸ ਕੰਪਨੀ ਨੇ ਬਣਾਇਆ ਉਹਨੂੰ ਇਹ ਥੋੜ੍ਹਾ ਪਤਾ ਮੇਰੀ ਕੰਪਨੀ ਦੇ ਕਿੰਨੇ ਮਾਈਕ ਇਸ ਵਕਤ ਖਰਾਬ ਨੇ ਅਤੇ ਕਿੰਨੇ ਠੀਕ ਨੇ। ਉਹ ਕਰਤਾ ਜ਼ਰੂਰ ਹੈਗੀ ਪਰ ਪੁਰਖ ਨਹੀਂ ਹੈ। ਬਸ ਉਹਦੀ ਇਹੋ ਵਡਿਆਈ ਹੈ ਵੀ ਉਹ ਕਰਤਾ ਵੀ ਹੈ ਅਤੇ ਪੁਰਖ ਵੀ ਹੈ। ਉਹ ਬਣਾ ਕੇ ਵਿੱਚ ਬੈਠਾ ਤੇਰੇ ਵਾਸਤੇ, ਤੇਰੇ ਨਾਲ ਹੈ। ਉਹਦੇ ਨਾਲ ਸਾਂਝ ਪਾਲਾ, ਸਚਿਆਰਾ ਹੋ ਜਾਏਗਾ। ਕਰ ਕਰ ਵੇਖ, ਕਰ ਕਰ ਦੇਖਿਆ ਕੀਤਾ ਆਪਣਾ। ਕਹਿਣ ਲੱਗੇ ਜਿਉਂ ਤਿਸ ਦੀ ਵਡਿਆਈ, ਜਿਵੇਂ ਉਸ ਦੀ, ਇਹ ਉਹਦੀ ਵਡਿਆਈ ਹੈ, ਉਹਦੀ ਮਹਿਮਾ, ਉਹ ਕਰਕੇ ਆਪਣੀ ਕਿਰਤ ਨੂੰ ਆਪ ਵੇਖਦਾ ਹੈ। ਅਤੇ ਜੋ ਤਿਸ ਭਾਵੇ ਸੋਈ ਕਰ ਸੀ, ਜੋ ਉਹਨੂੰ ਭਾਉਂਦਾ ਹੈ ਉਹ ਹੋਏਗਾ। ਇਸ ਕਰਕੇ ਫਿਰ ਹੁਕਮ ਨਾ ਕਰਨਾ ਚਾਹੀ, ਤੂੰ ਉਹਦੇ ਗਾੜੀ ਹੁਕਮ ਨਾ ਕਰ, ਉਹਦੀ ਰਜਾ ਵਿੱਚ ਤੁਰਨਾ ਸ਼ੁਰੂ ਕਰ। ਪਾਤਸ਼ਾਹ ਅੱਗੇ ਬਖਸ਼ਿਸ਼ ਕਰਦੇ ਨੇ, ਸੋ ਪਾਤਸ਼ਾਹ ਸ਼ਾਹਾਂ ਪਤ ਸਾਹਿਬ ਨਾਨਕ ਰਹਿਣ ਰਜਾਈ। ਉਹ ਪਾਤਸ਼ਾਹ ਦਾ ਪਾਤਸ਼ਾਹ ਹੈ, ਉਹਦੀ ਰਜਾ 'ਚ ਤੁਰਨਾ ਹੀ ਫੱਬਦਾ ਹੈ। ਉਹਦੀ ਰਜਾ ਵਿੱਚ ਤੁਰੇਗਾ, ਜੀਵਨ ਸੁਚਾਰਾ ਬਣ ਜਾਏਗਾ। ਤੋ ਇਹ ਜਿਹੜੀ ਆਪਾਂ ਸੋਦਰ ਦੀ ਬਾਣੀ ਅੱਜ ਆਰੰਭ ਕੀਤੀ ਹੈ, ਇਹਦੀ ਪਹਿਲੀ ਜਿਹੜੀ ਪੌੜੀ ਹੈ, ਪਹਿਲਾ ਜਿਹੜਾ ਸ਼ਬਦ ਹੈ, ਜਿਸ ਦਾ ਅੱਜ ਆਪਾਂ ਪਾਠ ਅਤੇ ਵਿਚਾਰ ਸਾਂਝੇ ਕੀਤੇ ਨੇ। ਤੋ ਸਾਧ ਸੰਗਤ ਜੀ, ਮੈਂ ਦੁਬਾਰਾ ਫਿਰ ਦੁਹਰਾ ਦਿੰਦਾ ਕਿ ਗੁਰੂ ਸਾਹਿਬ ਜੀ ਨੇ ਜਿਹੜੀ ਇਹਦੇ 'ਚ ਵਿਚਾਰ ਬਖਸ਼ਿਸ਼ ਕੀਤੀ ਹੈ ਵੀ ਬੇਅੰਤ ਲੋਕ ਨੇ, ਬੇਅੰਤ ਤਰੀਕਿਆਂ ਨਾਲ ਤੈਨੂੰ ਗਾਉਣ ਦਾ ਦਾਅਵਾ ਕਰਦੇ ਨੇ, ਪਰ ਨਾ ਤੇਰਾ ਦਰ ਵੇਖਿਆ, ਨਾ ਤੇਰਾ ਘਰ ਵੇਖਿਆ, ਨਾ ਤੇਰੇ ਬਾਰੇ ਕੋਈ ਜਾਣਕਾਰੀ ਹੈ, ਪਤਾ ਹੈ। ਕੋਈ ਮੂਰਤੀ 'ਚ ਮੰਨੀ ਜਾਂਦਾ, ਕੋਈ ਮੂਰਤੀ ਗਾੜੀ ਗਾਈ ਜਾਂਦਾ। ਸਾਡੇ ਵੀ ਤੁਸੀਂ ਵੇਖਿਆ ਨਾ, ਕਈ ਸਿੱਖਾਂ 'ਚ ਵੀ ਐਸੇ ਹੈਗੇ ਨੇ ਜਿਹੜੇ ਇਹਦਾ ਬਾਬਾ ਸਾਹਮਣੇ ਬਿਠਾ ਕੇ ਸ਼ਬਦ ਪੜ੍ਹਦੇ ਇੱਦਾਂ। ਹੁਣ ਜਿਹੜੇ ਦੇਹਧਾਰੀਆਂ ਨੂੰ ਮੰਨਦੇ ਆ, ਜਿਹੜੇ ਦੇਹਧਾਰੀਆਂ ਦੇ ਬਾਬਿਆਂ ਦੀਆਂ ਬਰਸੀਆਂ 'ਤੇ ਸਾਡੇ ਰਾਗੀ ਪ੍ਰਚਾਰ ਜਾਂਦੇ, ਉਹ ਤਾਂ ਇੱਦਾਂ ਨਹੀਂ ਪਾ ਕੇ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਹੁਣ ਉਹਨਾਂ ਮੁਤਾਬਕ ਇਹ ਵੀ ਗਾਉਣਾ ਹੀ ਹੈ। ਉਹ ਕਹਿੰਦੇ ਨੇ ਤੇ ਬਾਬਾ ਜੀ ਦੇ ਚਰਨਾਂ 'ਚ ਹਾਜ਼ਰੀ ਲਵਾਏ ਆ। ਇੱਥੇ ਜਿਹੜੇ ਬਾਬੇ, ਉਹਨਾਂ ਦੀ ਜਿਹਨੂੰ ਬਰਸੀਆਂ ਮਨਾਈਆਂ ਜਾਂਦੀਆਂ, ਉਹਨਾਂ ਦੇ ਭੋਗਾਂ 'ਤੇ ਜਾਂਦੇ ਆ। ਕਈ ਤੁਸੀਂ ਇਹੋ ਜਿਹੇ ਵੇਖੇ ਹੋਣੇ, ਮਰਿਆਂ ਬਾਬਿਆਂ ਦੇ ਉੱਤੇ ਕੀਰਤਨ ਵੀ ਕਰਦੇ ਆ, ਫਿਰ ਉਹਨਾਂ ਦੇ ਉੱਦਾਂ ਰੋਂਦੇ ਵੀ ਆ। ਹੁਣ ਉਹਨਾਂ ਦੇ ਮੁਤਾਬਕ ਤੇ ਉਹ ਵੀ ਗਾਉਣਾ। ਜੇ ਇੱਥੇ ਦੂਜਿਆਂ ਦੀ ਗੱਲ ਕੀਤੀ, ਆਪਾਂ ਥੋੜ੍ਹੀ ਜਿਹੀ ਆਪਣੀ ਵੀ ਕਰ ਲਈਏ ਨਾ, ਵੀ ਆਪਣੇ ਕਿਤੇ ਨਾਰਾਜ਼ ਨਾ ਹੋ ਜਾਣ, ਵੀ ਆਪਾਂ ਆਪਣੀ ਵੀ ਕਰ ਲਈਏ। ਜੇ ਉਹਨਾਂ ਦੀ ਗੱਲ ਕੀਤੀ ਵੀ ਈਸ਼ਰ ਬ੍ਰਹਮਾ ਦੇਵੀਆਂ ਇੰਨੇ ਗਾਉਣ ਦਾ ਦਾਅਵਾ ਕਰਦੇ, ਸਾਡੇ ਵੀ ਕਈ ਕਰਦੇ ਆ। ਕਈ ਤਾਂ ਬਾਬੇ ਨੂੰ ਬਿਠਾ ਕੇ ਇੱਦਾਂ ਇੱਦਾਂ ਸ਼ਬਦ ਬਾਬੇ ਨੂੰ ਸੁਣਾਉਣਗੇ, ਬਾਬਾ ਜੀ ਤੁਹਾਡੇ ਵਾਸਤੇ ਤਾਂ ਗਾਇਆ ਮਹਾਰਾਜ ਨੇ, ਚਰਨ ਸਾਧ ਕੇ ਤੋਏ ਤੋਏ ਪੀਓ। ਹੁਣ ਉਹ ਕਿਹੜਾ ਸਾਧ ਹੈ, ਕਿਹੜੇ ਸਾਧ ਦੇ ਚਰਨ ਧੋਣੇ ਨੇ? ਜੋ ਗੁਰੂ ਅਰਜਨ ਸਾਹਿਬ ਮਹਾਰਾਜ ਕਿਹੜੇ ਸਾਧ ਦੇ ਚਰਨ ਧੋਣ ਲਈ ਕਹਿਣਗੇ ਸਾਨੂੰ ਭਲਾ? ਉਹ ਪਰਮੇਸ਼ਰ ਸਾਧ ਹੈ, ਉਹਦੇ ਚਰਨ ਸ਼ਬਦ ਹੈ, ਧੋ ਕੇ ਆਪਣੇ ਅੰਦਰ ਵਸਾਉਣੇ ਆ ਅਤੇ ਆਪਣੇ ਮਨ ਨੂੰ ਸਾਫ਼ ਕਰਨਾ ਹੈ। ਪਰ ਗੱਲ ਅਗਲੇ ਨੂੰ ਪਤਾ ਵੀ ਜੇ ਇੱਥੇ ਅਰਥ ਕਰਤੇ ਗੱਲ ਔਖਾ ਹੋਣਾ, ਉੱਥੇ ਇੱਦਾਂ ਕਹਿੰਦੇ ਚਰਨ ਸਾਧ ਕੇ ਧੋਏ ਧੋਏ ਪੀਓ। ਵੀ ਵੇਖੋ ਜੀ, ਬਾਣੀ ਇੱਦਾਂ ਕਹਿੰਦੀ ਹੈ। ਤਾਂ ਸਾਡੇ ਵੀ ਉਹ ਵੀ ਗਾਉਣ ਦਾ, ਅਤੇ ਉਹ ਵੀ ਦਾਅਵਾ ਕਰਦੇ ਸੀ ਰੱਬ ਨੂੰ ਗਾ ਰਹੇ ਹਾਂ। ਤਾਂ ਸ਼ਾਇਦ ਇਹ ਗੱਲ ਹਕੀਕਤ 'ਚ ਹੈ, ਜਿੰਨਾ ਸਾਡੇ ਡੇਰੇਦਾਰਾਂ ਨੂੰ, ਪਖੰਡੀਆਂ ਨੂੰ ਬੜਾਵਾ ਸਾਡੇ ਆਪਣਿਆਂ ਲੋਕਾਂ ਦਿੱਤਾ ਹੈ, ਠੱਲ ਵੀ ਆਪ ਪਾਉਣੀ ਪੈਣੀ ਹੈ। ਆਓ ਸੁਚੇਤ ਹੋ, ਬਾਣੀ ਖੁਦ ਪੜ੍ਹੋ। ਆਪਾਂ ਸੋਦਰ ਦੀ ਬਾਣੀ ਦਾ ਅੱਜ ਪਾਠ ਵਿਚਾਰ ਆਰੰਭ ਕੀਤੀ। ਇੱਦਾਂ ਆਪਾਂ
ਕੱਲੇ ਕੱਲੇ ਸ਼ਬਦ ਦੀ ਵਿਚਾਰ ਕਰਦੇ ਹਾਂ ਆਪਾਂ। ਸੋਦਰ ਦੀ ਸਾਰੀ ਸੋਦਰ ਦੇ 5 ਸ਼ਬਦ, ਇਸ ਤੋਂ ਬਾਅਦ ਸੋ ਪੁਰਖ ਦੇ ਅੱਗੇ 4 ਸ਼ਬਦ, ਇਹਨਾਂ ਦੀ ਵਿਚਾਰ ਸਾਂਝੀ ਇੱਦਾਂ ਆਪਾਂ ਕਰਨੀ। ਇਸ ਤੋਂ ਬਾਅਦ ਅੱਗੇ ਫਿਰ 16 ਸਾਹਿਬ ਦੀ ਬਾਣੀ ਆਪਾਂ ਰਲ ਕੇ ਸਾਂਝੀ ਕਰਾਂਗੇ। ਸਾਧ ਸੰਗਤ ਜੀ ਤੁਸੀਂ ਸਾਥ ਦੇਈ ਜਾਓ, ਰਲ ਮਿਲ ਕੇ ਆਪਾਂ ਤੁਰੇ ਜਾਈਏ। ਆਪ ਬਾਣੀ ਸਾਥ ਦੇਣ ਦਾ ਅਰਥ ਇਹੋ ਹੀ ਹੈ, ਆਪ ਪੜ੍ਹੋ, ਆਪ ਸਮਝੋ ਅਤੇ ਵਿਚਾਰ ਆਪਣੇ ਪਰਿਵਾਰਾਂ 'ਚ ਸਾਂਝੇ ਕਰੋ, ਕੁਝ ਸਿੱਖਣ ਦਾ ਯਤਨ ਕਰੀਏ। ਬੜੇ ਕਮਾਲ ਦੇ ਵਿਚਾਰ ਜਿਹੜੇ ਸਾਨੂੰ ਗੁਰਦੇਵ ਨੇ ਬਖਸ਼ਿਸ਼ ਕੀਤੇ ਨੇ। ਹੰਸ ਬਿਰਤੀ ਲੈ ਕੇ ਮੋਤੀ ਚੁਗੀਏ ਅਤੇ ਆਪਣੀ ਜ਼ਿੰਦਗੀ ਨੂੰ ਅਮੀਰ ਕਰਨ ਦਾ ਯਤਨ ਕਰੀਏ। ਇਹ ਬੜੇ ਸੁਲਝੇ ਹੋਏ ਵਿਚਾਰ ਜਿਹੜੇ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਦੇ ਰੂਪ ਵਿੱਚ ਪਰੋਸ ਕੇ ਸਾਡੀ ਝੋਲੀ ਵਿੱਚ ਪਾਏ ਨੇ। ਆਓ ਇਸ ਬਾਣੀ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ। ਹਮ ਧਨਵੰਤ ਭਾਗੜ ਸੱਚ ਨਾਏ, ਹਰ ਗੁਣ ਗਾਵੇਂ ਸਹਿਜ ਸੁਭਾਏ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਇਹ ਹੈ ਰਤਨ ਲਾਲ ਜਾਂ ਕਾ ਕਛੂ ਨਾ ਮੋਲ। ਇਹਨਾਂ ਦੇ ਮੁੱਲ ਥੋੜ੍ਹਾ, ਇੱਥੇ ਬਹੁਤ ਅਮੋਲਕ ਦਾਤਾਂ ਨੇ ਬਾਣੀ ਦੀਆਂ ਵਿਚਾਰਾਂ ਦੀ। ਆਪਣੀ ਜ਼ਿੰਦਗੀ ਨੂੰ ਸਵਾਰਨ ਵਾਸਤੇ ਇਹ ਸੋਹਣੇ ਵਿਚਾਰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ। ਸਾਰਿਆਂ ਦਾ ਧੰਨਵਾਦ। ਇਸ ਤੋਂ ਬਾਅਦ ਆਪਾਂ ਆਉਣ ਵਾਲੇ ਸ਼ਬਦ ਇੱਦਾਂ ਹੀ ਵਿਚਾਰਦੇ ਜਾਵਾਂਗੇ ਅਤੇ ਗੁਰੂ ਦੀ ਬਾਣੀ ਨੂੰ ਆਪਾਂ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਂਦੇ ਜਾਈਏ। ਸਮਝੀਏ, ਪੜ੍ਹੀਏ, ਬਾਰ-ਬਾਰ ਪੜ੍ਹੀਏ, ਸਹਿਜ ਪਾਠ ਕਰੀਏ, ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਅਤੇ ਆਪ ਗੁਰਬਾਣੀ ਨਾਲ, ਗੁਰੂ ਬਾਣੀ ਦੀ ਵਿਚਾਰ ਨਾਲ ਜੋੜ ਕੇ ਸੋਹਣੇ ਸੁਚੇਤ ਬਣਾਈਏ। ਤੁਹਾਡੇ ਬੱਚੇ ਕਿਸੇ ਵੀ ਅਹੁਦੇ 'ਤੇ ਜਾਣ, ਇੰਜੀਨੀਅਰ ਬਣ, ਡਾਕਟਰ ਬਣ, ਪਾਇਲਟ ਬਣ, ਕਿਸੇ ਵੀ ਉੱਚੇ ਅਹੁਦੇ 'ਤੇ ਜਾਣ, ਬਸ ਆਹ ਖਜ਼ਾਨਾ ਉਹਨਾਂ ਦੇ ਕੋਲ ਹੋਵੇ। ਕਦੀ ਡਿੱਗਦੇ ਹੀ ਨਹੀਂ, ਮਹਾਰਾਜ ਚੜ੍ਹਦੀ ਕਲਾ 'ਚ ਕਰੇਗਾ। ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਜ਼ਿੰਦਗੀ ਨੂੰ ਖੂਬਸੂਰਤ ਤਰੀਕੇ ਨਾਲ ਜਿਉਣ ਦਾ ਆਪਾਂ ਯਤਨ ਕਰੀਏ। ਸਾਰਿਆਂ ਦਾ ਧੰਨਵਾਦ ਜੀ, ਜੋ ਤੁਸੀਂ ਰੋਜ਼ਾਨਾ ਸਮਾਂ ਕੱਢ ਕੇ ਵਿਚਾਰਾਂ ਨੂੰ ਜਿਹੜਾ ਸਰਵਣ ਕਰਦੇ ਹੋ ਅਤੇ ਗੁਰੂ ਦੀ ਬਾਣੀ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ। ਸਾਰਿਆਂ ਦਾ ਧੰਨਵਾਦ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।